7 साल लंघे ने, पिछलियां सरकारां ने कुछ नहीं किया और लगातार जिहड़ा डंग टपाऊ जिहड़ा नीति जिहड़ी अपनाई रखी है। सिखां नूं न्याय कदे ना मिलिया 1947 ਤੋਂ ਬਾਅਦ ਤੇ ਨਾ ਅੱਜ ਮਿਲਣ ਦੀ ਸੰਭਾਵਨਾ ਹੈ। ਜਿਹੜੇ ਅਸਲੀ ਕਲਪ੍ਰਿਟ ਐਜ਼ ਪਰ ਲਾਅ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਗੱਲ ਨਾ ਕਰਕੇ ਇਹਨੂੰ ਰਾਜਸੀ ਰੰਗਤ ਦੇ ਕੇ ਇਸ ਕੇਸ ਨੂੰ ਖਰਾਬ ਕੀਤਾ ਗਿਆ। ਇੱਕ ਤਾਂ ਜਿਹੜੇ ਦਿੱਲੀ ਵਾਲੇ ਹਨਗੇ ਉਹਨਾਂ ਨੇ ਨਿਆਂ ਨਹੀਂ ਹੋ ਸਕਦਾ, ਇਸ ਦਾ ਭਰੋਸਾ ਉਸੇ ਵੇਲੇ ਸਾਨੂੰ ਦਿੱਤਾ ਸੀ ਜਦੋਂ ਉਹਨਾਂ ਨੇ ਜਿਹੜੇ ਬੰਦਿਆਂ ਦੇ ਰਾਹੀਂ ਨਿਆਂ ਦੇਣਾ ਸੀ ਉਹਨਾਂ ਨੂੰ ਕਿਤੇ ਵੀ ਕੋਈ ਅਹਿਮੀਅਤ ਨਾ ਦਿੱਤੀ। ਬਾਈਕਾਟ ਕਰਨਾ ਹੈ ਔਰ ਅਸੀਂ ਆਪਣੇ ਆਪ ਨਿਆਂ ਨਹੀਂ ਲੈਣਾ, ਅਸੀਂ ਕਿਸੇ ਦੂਸਰੇ ਦੀ ਮਿਹਨਤ ਕਰਕੇ ਨਿਆਂ ਲੈਣਾ ਹੈ। ਇਹ ਜਿਹੜਾ ਨਿਆਂ ਲੈਂਦੇ ਆ ਨਾ ਲੋਕ, ਉਹ ਆਪਣੇ ਬਾਹੂਬਲ ਦੇ ਉੱਤੇ ਲੈਂਦੇ ਆ। ਜਦੋਂ ਸਰਕਾਰ ਪ੍ਰੈਸ਼ਰ ਕਰਦੀ ਹੈ ਤਾਂ ਪੁਲਿਸ ਤੇ ਜਾਂਚ ਏਜੰਸੀਆਂ ਫਿਰ ਜਿਹੜੀਆਂ ਨੇ ਪ੍ਰੋਪਰ ਜਾਂਚ ਜਿਹੜੀ ਕਰਨੀ ਪਾਉਂਦੀਆਂ। ਕੋਸ਼ਿਸ਼ ਹੈ ਜਿਹੜੇ ਪੁਲਿਸ ਅਧਿਕਾਰੀ ਸਨ, ਕੁਝ ਦੋਸ਼ੀ ਸਨ, ਚਾਰਜ ਸ਼ੀਟ ਵੀ ਜਿਹੜੀ ਹੈ ਉਹ ਦਾਇਰ ਜਿਹੜੀ ਹੈ ਉਹਨਾਂ ਖਿਲਾਫ ਕੀਤੀ ਗਈ ਹੈ ਤੇ ਕੁਝ ਹੋਰ ਸਬੂਤ ਇਕੱਠੇ ਕਰਨ ਵਾਸਤੇ ਵੀ ਸਿੱਟ ਜਿਹੜੀ ਹੈ ਉਹ ਮੌਕੇ ਤੇ ਫਿਰ ਜਾ ਕੇ ਉੱਥੇ ਆਈ ਸੀ। ਵੀ ਪੁਲਿਸ ਸੈਕਟਰੀਏਟ ਛੁੱਟੀਆਂ ਦਾ ਮਾਹੌਲ ਦਾ ਮਤਲਬ ਕੀ ਹੈ? ਥਾਣੇ ਮੁਨਸ਼ੀਆਂ ਦੇ ਆਸਰੇ ਹੈ। ਬਰਗਾੜੀ ਕਾਂਡ 'ਚ ਕਿਤੇ ਵੀ ਡੇਰਾ ਮੁਖੀ ਲੋੜੀਂਦਾ ਹੈ ਤਾਂ ਭਾਜਪਾ ਸਰਕਾਰ ਤਾਂ ਦੋ ਹੀ ਹੱਥੀ ਸੌਂਪਣ ਨੂੰ ਤਿਆਰ ਸੀ, ਪੰਜਾਬ ਸਰਕਾਰ ਨੇ ਨਹੀਂ ਉਸ ਵੇਲੇ ਕੋਈ ਸਟੈਪ ਚੱਕਿਆ। ਅੱਜ ਸਭ ਦੇ ਸਾਹਮਣੇ ਗੱਲ ਮਸਲਾ ਆ ਗਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਲੀ ਨੂੰ ਤੇ ਹਰਿਆਣੇ ਨੂੰ ਦੋਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਦੱਸੋ ਤਫਤੀਸ਼ ਕਿਉਂ ਨਹੀਂ ਤੁਸੀਂ ਕਰਨ ਦੇ ਰਹੇ। ਜਿਹੜੇ ਜਿੱਦਾਂ ਦਾ ਸੰਧਵਾ ਸਾਹਿਬ ਨੇ ਕਿਹਾ ਕਿ ਭਾਈ ਆਹ ਟਾਈਮ ਬਾਉਂਡ ਆ, ਮੈਂ ਅਸਤੀਫਾ ਦੇਊਂਗਾ, ਉਦੋਂ ਦੇ ਕਿੱਥੇ ਪੰਜਾਬ 'ਚ ਰਹੇ ਆ। ਹਰ ਸਿੱਖ ਤੇ ਹਰ ਇਨਸਾਫ ਪਸੰਦ ਜਿਹੜਾ ਬੰਦਾ ਹੈ ਉਹ ਕੋਈ ਵੀ ਜਿਹੜਾ ਇਹਦੀ ਬੇਅਦਬੀ ਦਾ ਇਨਸਾਫ ਜਲਦ ਤੋਂ ਜਲਦ ਚਾਹੁੰਦਾ ਹੈ। ਆਰਐਸਐਸ ਦੇਸ਼ ਨੂੰ ਪਿਆਰ ਕਰਨ ਵਾਲੀ ਸੰਸਥਾ ਹੈ। ਚਲੋ ਆਪਾਂ ਮਾਨਵਵਾਦ ਦੇ ਸਿਧਾਂਤ ਤੇ ਚੱਲਣ ਵਾਲੀ ਸੰਸਥਾ ਹੈ। ਆਰਐਸਐਸ ਦੇ ਜਿਹੜੇ ਸਾਰੇ ਭਾਜਪਾ ਦੇ ਸੀਗੇ ਲੋਕ ਉਹ ਬੜੀ ਮਦਦ ਕਰ ਰਹੇ ਸੀ, ਤਾਂ ਫਿਰ ਸਿੱਖਾਂ ਨੂੰ ਮਾਰਿਆ ਕੀ ਨਹੀਂ ਹੈ, ਇਸ ਗੱਲ ਦੀ ਸਮਝ ਨਹੀਂ ਆਉਂਦੀ। ਉਹਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਡੇਰਾ ਮੁਖੀ ਦੇ ਨਾਲ, ਇਹ ਖਾਸ ਤੌਰ ਤੇ ਜਿਹੜਾ ਬੇਅਦਬੀ ਮਸਲੇ ਤੇ ਜਾਂ ਬਰਗਾੜੀ ਕਾਂਡ ਤੇ, ਸਾਨੂੰ ਤੁਸੀਂ ਜਦੋਂ ਮਰਜ਼ੀ ਆਓ, ਸਾਡੇ ਦਰਵਾਜ਼ੇ ਖੁੱਲੇ ਆ। ਤਾਂ ਪੰਜਾਬ ਸਰਕਾਰ ਉੱਥੇ ਨਹੀਂ ਪਹੁੰਚੀ ਕਿਉਂਕਿ ਮਾਫੀ ਤਾਂ ਆਮ ਆਦਮੀ ਪਾਰਟੀ ਪਹਿਲੀਆਂ 'ਚ ਹੀ ਮੰਗ ਲੈਂਦੀ ਆ। ਗਲਤੀ ਕਰਦੇ ਆ, ਮੁੱਦਾ ਉਠਾਉਂਦੇ ਆ, ਫਿਰ ਮਾਫੀ ਮੰਗ ਲੈਂਦੇ ਆ। ਇਹ ਬਿਲਕੁਲ ਕੁਝ ਨਹੀਂ ਹੋਏਗਾ। ਹੁਣ ਇਹ ਅੰਮ੍ਰਿਤਪਾਲ ਦੇ ਆਲੇ ਦੁਆਲੇ ਚੱਕਰਵਿਊਹ ਜਿਹਾ ਬਣਾ ਕੇ ਤੇ ਬਾਦਲ ਨੂੰ ਵਾਪਸ ਲਿਆਂਦਾ ਜਾਏਗਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਬਹਿਬਲ ਕਲਾਂ ਮੋਰਚੇ ਦੇ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਤੇ ਉਹਨਾਂ ਦੇ ਇੱਕ ਹੋਰ ਸਾਥੀ ਦਾ ਅਸਤੀਫਾ ਮੰਗਿਆ। ਕਿਉਂ? ਇਸ ਲਈ ਕਿ 1.5 ਮਹੀਨਾ ਪਹਿਲਾਂ 14 ਅਕਤੂਬਰ ਨੂੰ ਇਹਨਾਂ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੋਰਚੇ ਦੀ ਸੰਗਤ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਗਲੇ ਕੁਝ ਦਿਨਾਂ ਦੀ ਗੱਲ ਹੈ, ਬਹਿਬਲ ਕਲਾਂ ਦੇ ਜਿਹੜੇ ਦੋਸ਼ੀ ਕਟਹਿਰੇ 'ਚ ਖੜੇ ਕੀਤੇ ਜਾਣਗੇ ਤੇ 1.5 ਮਹੀਨੇ ਦਾ ਸਮਾਂ ਮੰਗਿਆ ਗਿਆ ਸੀ। 1.5 ਮਹੀਨੇ ਦਾ ਸਮਾਂ ਨਿਕਲ ਗਿਆ, ਇਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਸਹੀ ਹੈ ਕਿ ਇਹਨਾਂ ਆਗੂਆਂ ਵੱਲੋਂ ਇਹਨਾਂ ਮੁੱਦਿਆਂ 'ਤੇ ਕੋਈ ਪ੍ਰਤੀਕਰਮ ਵੀ ਨਹੀਂ ਆਇਆ ਕਿ ਨਿਆਂ ਜਾਂ ਇਨਸਾਫ ਮਿਲੇਗਾ। ਮੋਰਚੇ ਨੇ ਇੱਕ ਹੋਰ ਜਿਹੜਾ ਫੈਸਲਾ ਲਿਆ 15 ਦਸੰਬਰ ਉਸ ਦਿਨ ਫਿਰ ਵੱਡਾ ਪੰਥ ਇਕੱਠ ਕੀਤਾ ਜਾਏਗਾ। ਜੇ ਉਦੋਂ ਤੱਕ ਵੀ ਕੋਈ ਗੱਲ ਨਾ ਸੰਭਲੀ ਤਾਂ ਐਲਾਨ ਕੀਤਾ ਜਾਏਗਾ ਕਿ ਅਗਲੀ ਕਾਰਵਾਈ ਕਿੱਦਾਂ ਚਲਾਉਣੀ ਹੈ। ਇੱਕ ਹੋਰ ਲਾਈਨ ਬੋਲ ਕੇ ਮੈਂ ਆਪਣੇ ਮਹਿਮਾਨਾਂ ਦਾ ਸਵਾਗਤ ਕਰਾਂਗਾ। ਉਹ ਵੀ ਇੰਨਾ ਹੀ ਵੱਡਾ ਮਾਮਲਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2 ਦਿਨ ਪਹਿਲਾਂ ਕੇਂਦਰ ਤੇ CBI ਨੂੰ ਇੱਕ ਕੇਸ ਦੇ ਵਿੱਚ ਪੁੱਛਿਆ ਕਿ ਪੰਜਾਬ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ 2015 ਦੀ ਬੇਅਦਬੀ ਦੇ ਮੁੱਦੇ ਤੇ ਮੰਗਿਆ ਜਾ ਰਿਹਾ, ਲਿਆ ਜਾ ਰਿਹਾ। ਜਵਾਬ ਦਿਓ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਥਿਤੀ ਸਪਸ਼ਟ ਹੋ ਜਾਏਗੀ ਕੇਂਦਰ ਤੇ CBI ਵੀ ਇਸ ਮੁੱਦੇ ਤੇ ਕੀ ਸੋਚਦੇ ਹੈ। ਸਾਰੇ ਮਾਮਲੇ ਕਟਹਿਰੇ 'ਚ ਹੈ। ਗੱਲ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ, ਸਵਾਲ ਲਵਾਂਗੇ ਆਪਣੇ ਮਹਿਮਾਨਾਂ ਤੋਂ।
ਜਿਹੜੇ ਇਸ ਵੇਲੇ ਆਪਣੇ ਨਾਲ ਜੁੜ ਚੁੱਕੇ ਆ ਉਹਨਾਂ 'ਚ ਇੰਦਰਜੀਤ ਸਿੰਘ ਸੰਧੂ ਨੇ। ਸੰਧੂ ਸਾਹਿਬ ਆਮ ਆਦਮੀ ਪਾਰਟੀ ਦੇ ਬੁਲਾਰੇ ਹੈ। ਇੱਦਾਂ ਹੀ ਕੁਲਦੀਪ ਧਾਲੀਵਾਲ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ। ਸਾਹ ਗੁਰਤੇਜ ਸਿੰਘ ਸਾਬਕਾ ਸੀਨੀਅਰ IAS ਅਧਿਕਾਰੀ, ਇੱਕ ਲੰਬਾ ਪ੍ਰਸ਼ਾਸਕੀ ਤਜਰਬਾ। ਸਾਹ ਅਮਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਜਾਣੇ ਪਹਿਚਾਣੇ ਸਿੱਖ ਚਿਹਰੇ। ਸਾਰੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਇਆਂ ਆਖਦਾ, ਵੈਲਕਮ ਕਰਦਾ। ਸੰਧੂ ਸਾਹਿਬ, ਪਹਿਲਾ ਸਵਾਲ ਸੁਭਾਵਿਕ ਤੌਰ ਤੇ ਤੁਹਾਡੇ ਕੋਲੋਂ ਬਣਦਾ ਹੈ। ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ, ਭਾਵਿਕ ਹੈ, ਸਮੁੱਚੇ ਪੰਜਾਬੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ। ਮੈਂ ਲੰਬੀ ਗੱਲ ਨਹੀਂ ਕਰਾਂਗਾ। 3 ਸਰਕਾਰਾਂ ਇਸੇ ਸਵਾਲ ਦੇ ਉੱਤੇ ਚੱਲੀਆਂ ਗਈਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਾਈਬਲ ਕਲਾਂ ਮੋਰਚੇ ਦੇ ਜਿਹੜੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੀ, ਰੋਸ ਪ੍ਰਗਟਾਵਾ ਕਰ ਰਹੇ ਸੀ, ਉਹਨਾਂ ਨੂੰ ਗੋਲੀਆਂ ਚਲਾਈਆਂ ਗਈਆਂ ਔਰ 2 ਦੀ ਸ਼ਹਾਦਤ ਹੋਈ। ਉਹ ਨਿਆਂ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਬਾਈਬਲ ਕਲਾਂ ਦੇ ਮੋਰਚੇ ਵੱਲੋਂ। ਤੇ ਇਸੇ ਮੋਰਚੇ ਦੇ ਆਪਣੀ ਲੀਡਰਸ਼ਿਪ ਨੇ ਆ ਕੇ ਭਰੋਸਾ ਦਿੱਤਾ ਸੀ, ਜਿਸ ਤੋਂ ਅੱਗੇ ਸਥਿਤੀ ਪੈਦਾ ਹੋਈ ਹੈ। ਸੰਧੂ ਸਾਹਿਬ, ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਕਿ ਮਸਲਾ ਇਹ ਬਹੁਤ ਗੰਭੀਰ ਵਿਸ਼ਾ ਹੈ ਜੀ, ਔਰ ਪੂਰਾ ਸਿੱਖ ਸਮੁਦਾਇ ਹੈ ਜਿਹੜਾ ਉਹ ਇਸ ਇਨਸਾਫ ਦੀ ਉਡੀਕ ਵਿੱਚ ਹੈ। 7 ਸਾਲ ਲੰਘੇ ਨੇ, ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਔਰ ਲਗਾਤਾਰ ਜਿਹੜਾ ਡੰਗ ਟਪਾਊ ਜਿਹੜਾ ਨੀਤੀ ਜਿਹੜੀ ਇਹ ਅਪਣਾਈ ਰੱਖੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਔਰ ਜਿਹੜਾ ਹੁਣ ਲਗਾਤਾਰ ਜਿਹੜੀ ਸਿੱਟ ਹੈ ਉਹ ਕੰਮ ਕਰ ਰਹੀ ਹੈ ਔਰ ਵੱਖ-ਵੱਖ ਲੋਕਾਂ ਨੂੰ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪੁਰਾਣੇ ਸਮੇਂ ਤਾਂ ਜਦੋਂ ਅਕਾਲੀ ਵਜ਼ਾਰਤ ਸੀ ਉਦੋਂ ਤਾਂ ਰਿਪੋਰਟ ਲਈ ਜਿਹੜੇ ਸਰਦਾਰ ਜੋਰਾ ਸਿੰਘ ਆਪਣੀ ਕਮਿਸ਼ਨ ਦੀ ਰਿਪੋਰਟ ਲਈ ਉਹ ਸਰਕਾਰ ਦੇ ਮਗਰ ਭੱਜੇ ਫਿਰਦੇ ਸਨ, ਪਰ ਉਦੋਂ ਉਹਨਾਂ ਦੀ ਰਿਪੋਰਟ ਲੈਣ ਨੂੰ ਕੋਈ ਤਿਆਰ ਨਹੀਂ ਸੀ। ਇੱਕ ਤਾਂ ਇਹ ਨਜ਼ਰੀਆ ਸੀ ਤੇ ਦੂਜਾ ਜਿਹੜਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਜਿਹੜੀ ਹੈ ਇਹਦੇ ਪ੍ਰਤੀ ਜਮਾ ਹੀ ਗੰਭੀਰ ਨਹੀਂ ਸੀ, ਉਹਨਾਂ ਨਾਲ ਮਿਲੀ ਹੋਈ ਸੀ ਤੇ ਇਸ ਕਰਕੇ ਉਹਨਾਂ ਨੂੰ ਕਦੇ ਵੀ ਉਹ ਇਸ ਤਰ੍ਹਾਂ ਇਹਦੇ ਤੇ ਗੰਭੀਰਤਾ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਸੀ ਹੈਗੀ। ਤੇ ਹੁਣ ਜਿਹੜਾ ਹੈਗਾ ਉਹ ਲਗਾਤਾਰ ਤੁਸੀਂ ਵੇਖਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉਹਦੇ ਚ ਉੱਥੇ ਉਹਨਾਂ ਨੂੰ ਸੰਮਣ ਕੱਢੇ ਗਏ, ਬੁਲਾਇਆ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਸੰਮਣ ਕੱਢੇ ਗਏ, ਬੁਲਾਇਆ ਗਿਆ ਔਰ ਇਸੇ ਤਰੀਕੇ ਨਾਲ ਜਿਨ੍ਹਾਂ ਨੂੰ ਕਦੇ ਨਹੀਂ ਸੀ ਉਹਨਾਂ ਨੇ ਇਨਵੋਲਵ ਕੀਤਾ। ਤੇ ਔਰ ਇਸ ਤੋਂ ਇਲਾਵਾ ਹੁਣ ਵੀ ਜਿਹੜਾ ਠੀਕ ਹੈ ਵੀ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਸ ਮੌਕੇ ਤੇ, ਕਿਉਂਕਿ ਸੰਘਰਸ਼ਮਈ ਜਥੇਬੰਦੀਆਂ ਨੇ ਜਿਹੜੀਆਂ ਉਹ ਆਪਦੀ ਥਾਂ ਤੇ ਸਹੀ ਨੇ, ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਹੈ ਔਰ ਸੰਧਵਾ ਸਾਹਿਬ ਨੇ ਉੱਥੇ ਜਿਹੜਾ ਵਾਅਦਾ ਕੀਤਾ, ਜਿਸ ਢੰਗ ਨਾਲ ਪ੍ਰਕਿਰਿਆ ਜਿਹੜੀ ਜਾਂਚ ਪ੍ਰਕਿਰਿਆ ਚੱਲ ਰਹੀ ਹੈ ਉਹ ਉਸੇ ਦੇ ਆਧਾਰ ਤੇ, ਪਰ ਕਿਉਂਕਿ ਇਹ ਜਿਹੜਾ ਜਾਂਚ ਦਾ ਵਿਸ਼ਾ ਹੈ ਇਹਦੇ ਵਿੱਚ ਜਿਹੜੀ ਸਿੱਟ ਦੀ ਕੋਸ਼ਿਸ਼ ਹੈ, ਜਿਹੜੇ ਪੁਲਿਸ ਅਧਿਕਾਰੀ ਸਨ ਕੁਝ ਦੋਸ਼ੀ ਸਨ, ਚਾਰਜ ਸ਼ੀਟ ਵੀ ਜਿਹੜੀ ਹੈ ਉਹ ਦਾਇਰ ਜਿਹੜੀ ਹੈ ਉਹਨਾਂ ਖਿਲਾਫ ਕੀਤੀ ਗਈ ਹੈ ਤੇ ਕੁਝ ਹੋਰ ਸਬੂਤ ਇਕੱਠੇ ਕਰਨ ਵਾਸਤੇ ਵੀ ਸਿੱਟ ਜਿਹੜੀ ਹੈ ਉਹ ਮੌਕੇ ਤੇ ਫਿਰ ਜਾ ਕੇ ਉੱਥੇ ਆਈ ਸੀ। ਤੋ ਇਸ ਤਰੀਕੇ ਨਾਲ ਲੱਗੀ ਹੋਈ ਹੈ। ਠੀਕ ਹੈ, ਥੋੜਾ ਕੁਝ ਦੇਰੀ ਜ਼ਰੂਰ ਹੋ ਰਹੀ ਹੈ ਪਰ ਇਸ ਪ੍ਰਤੀ ਅਸੀਂ ਗੰਭੀਰ ਪੂਰੇ ਹਾਂ ਔਰ ਸਾਡੀ ਪੂਰੀ ਟੋਕਣ ਲੱਗੇ। ਆਮ ਸੌਰੀ, ਤੁਸੀਂ ਜਵਾਬ ਦੇ ਰਹੇ ਹੋ, ਬੜੀ ਮਿਹਰਬਾਨੀ। ਪਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਮਾਮਲੇ ਤੇ ਅਸੀਂ ਬਹੁਤ ਗੰਭੀਰ ਹਾਂ। ਦੇਖੋ, ਸੱਤਾ 'ਚ ਆਉਣ ਤੋਂ ਪਹਿਲਾਂ ਆਪਣੀ ਪਾਰਟੀ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਤੇ ਨਿਆਂ ਤੇ ਇਨਸਾਫ ਦੇਵਾਂਗੇ। ਸੰਧਵਾ ਸਾਹਿਬ ਨੇ ਮੋਰਚੇ ਤੇ ਜਾ ਕੇ ਜਿਹੜਾ ਇਸ ਮੌਕੇ ਤੇ ਕਿਹਾ ਤੇ ਨਿਆਂ ਤੇ ਇਨਸਾਫ ਦੇਵਾਂਗੇ। ਦੇਖੋ, ਇਹ ਤਾਂ ਆਪਾਂ ਨੂੰ ਪਤਾ ਸੀ ਨਾ ਕਿ ਸਿੱਟਾਂ ਬਣੀਆਂ, ਨਤੀਜੇ ਆਉਣਗੇ ਨਹੀਂ ਆਉਣਗੇ। ਇਹ ਕੋਈ ਆਪਾਂ ਸਾਰੀ ਨਵੀਂ ਪ੍ਰਕਿਰਿਆ ਤਾਂ ਹੈ ਨਹੀਂ, ਸਾਡੇ ਸਾਰਿਆਂ ਦੇ ਸਾਹਮਣੇ ਸੀ। ਤੇ ਫਿਰ ਕਿਉਂ ਇਦਾਂ ਦੇ ਵਾਅਦੇ ਕੀਤੇ ਗਏ ਕਿ ਅਸੀਂ ਹੁਣ ਸਾਰੀ ਨਿਆਂ ਤੇ ਇਨਸਾਫ ਦੇਵਾਂਗੇ? ਇਸੇ ਕਰਕੇ ਹੁਣ ਮਾਮਲਾ ਕਟਹਿਰੇ 'ਚ ਪਹੁੰਚਿਆ ਨਾ ਜੀ। ਸੰਧੂ ਸਾਹਿਬ, ਜਦੋਂ ਸਾਲ ਬਹੁਤ ਬੀਤ ਜਾਂਦੇ ਨੇ ਇਸ ਗੱਲ ਕਰਕੇ ਇਹਦੇ ਵਿੱਚ ਕਠਿਨਾਈ ਤਾਂ ਜ਼ਰੂਰ ਆਉਂਦੀ ਹੈ ਜੀ, ਪਰ ਇਹ ਨਹੀਂ ਹੈਗਾ ਕਿ ਇਹ ਨਾਮੁਮਕਿਨ ਕੁਝ ਨਹੀਂ ਹੈਗਾ। ਜਦੋਂ ਗੰਭੀਰਤਾ ਨਾਲ ਪੂਰੀ ਸੁਹਿਰਦਤਾ ਨਾਲ ਕੰਮ ਕਰਾਂਗੇ ਤਾਂ ਕੁਦਰਤੀ ਤੌਰ ਤੇ ਵੀ ਨਤੀਜੇ ਤੇ ਜ਼ਰੂਰ ਪਹੁੰਚਾਂਗੇ ਔਰ ਆਮ ਆਦਮੀ ਪਾਰਟੀ ਨੂੰ ਕੋਈ ਇਸ ਗੱਲ 'ਚ ਕੋਈ ਘਾਟਾ ਤਾਂ ਹੈ ਨਹੀਂ ਵੀ ਹਾਂ ਵੀ ਇਨਸਾਫ ਮਿਲ ਜੇ ਔਰ ਉਹ ਇਸ ਗੱਲ ਤੇ ਵੈਸੇ ਵੀ ਨਾ ਤਾਂ ਕੋਈ ਪੋਲੀਟੀਕਲ ਨੁਕਸਾਨ ਹੈ ਵੀ ਜੇ ਇਸ ਗੱਲ ਤੇ ਇਨਸਾਫ ਮਿਲਦਾ। ਇਸ ਕਰਕੇ ਅਸੀਂ ਤਾਂ ਜਲਦ ਤੋਂ ਜਲਦ ਚਾਹਾਂਗੇ
ਕਿ ਛੇਤੀ ਤੋਂ ਛੇਤੀ ਲੋਕਾਂ ਨੂੰ ਇਨਸਾਫ ਮਿਲੇ। ਔਰ ਵੈਸੇ ਵੀ ਜਿਹੜਾ ਹੈਗਾ ਉਹ ਕਿਉਂਕਿ ਲੋਕ ਉਡੀਕਵਾਨ ਨੇ ਇਸ ਗੱਲ ਤੇ, ਇਹਨਾਂ ਦੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ ਇਸ ਗੱਲ ਕੇ, ਇਸ ਕਰਕੇ ਅਸੀਂ ਜਿਹੜਾ ਲਗਾਤਾਰ ਜਿਹੜਾ ਤੁਹਾਡਾ ਵਿਊ ਪੁਆਇੰਟ ਆ ਗਿਆ। ਬਿਲਕੁਲ ਤੁਸੀਂ ਨਿਆਂ ਤੇ ਇਨਸਾਫ ਦੀ ਗੱਲ ਕਰਦੇ ਹੋ ਕਿ ਪੰਜਾਬੀਆਂ ਨੂੰ ਮਿਲੇਗਾ, ਦੇਣਾ ਚਾਹੁੰਦੇ ਹੋ। ਆਪਾਂ ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲੈਂਦੇ ਹਾਂ। ਗੁਰਤੇਜ ਸਿੰਘ ਜੀ, ਤੁਹਾਡਾ ਵੀ ਬੜਾ ਪ੍ਰਸ਼ਾਸਕੀ ਤਜਰਬਾ, ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤੇ ਹੈ। ਹੁਣ ਸੰਧੂ ਜੀ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਸੰਵੇਦਨਸ਼ੀਲ ਮੁੱਦਾ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਉਹ ਵੀ ਮੰਨਦੇ ਆ, ਇਹ ਵੀ ਮੰਨਦੇ ਕਿ ਪਿਛਲੇ ਲੰਬੇ ਸਮੇਂ 'ਚ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਹੁਣ ਉਹ ਅਗਲੀਆਂ ਗੱਲਾਂ ਆਪਾਂ ਬਹੁਤ ਸਾਰੀਆਂ ਡਿਬੇਟਾਂ ਇਹਨਾਂ ਮੁੱਦਿਆਂ ਤੇ ਕਰ ਚੁੱਕੇ ਹਾਂ, ਪਰ ਹੁਣ ਉਹਨਾਂ ਦਾ ਕਹਿਣਾ ਕਿ ਨਿਆਂ ਤੇ ਇਨਸਾਫ ਮਿਲੇਗਾ, ਇਹਦੇ 'ਚ ਕੋਈ ਗੱਲ ਨਹੀਂ। ਸਰਕਾਰ ਇਸ ਬਾਰੇ ਬਹੁਤ ਜਿਹੜੀ ਹੈਗੀ ਗੰਭੀਰ ਹੈ ਕਿ ਇਸ ਮੁੱਦੇ ਤੇ ਨਿਆਂ ਮਿਲਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਇਹਦੇ 'ਤੇ ਕੋਈ ਨਿਆਂ ਤੇ ਇਨਸਾਫ ਮਿਲੇਗਾ? ਕਿਉਂਕਿ ਇੱਕ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ ਗੁਰਤੇਜ ਜੀ। ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਨੇ ਉਸੇ ਘੱਟ 'ਚ ਗੱਲ ਕਹੀ ਸੀ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਨਿਆਂ ਤੇ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈ। ਜਗਤਾਰ ਜੀ, ਮੈਨੂੰ ਇਹ ਜਾਪਦਾ ਹੈ ਕਿ ਇਸ ਇਸ਼ੂ ਦੇ ਉੱਤੇ ਜਾਂ ਕਿਸੇ ਹੋਰ ਮੁੱਦੇ ਦੇ ਉੱਤੇ ਸਿੱਖਾਂ ਨੂੰ ਨਿਆਂ ਕਦੇ ਨਾ ਮਿਲਿਆ 1947 ਤੋਂ ਬਾਅਦ, ਤੇ ਨਾ ਅੱਜ ਮਿਲਣ ਦੀ ਸੰਭਾਵਨਾ ਹੈ। ਜੇ ਅਸੀਂ ਵੱਡੇ ਵੱਡੇ ਮਸਲੇ ਲਈਏ, ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਕਤਲੇਆਮ ਹੋਇਆ 84 ਦੇ ਵਿੱਚ, ਰਾਜਧਾਨੀ 66 ਦੇ ਵਿੱਚ ਖੋਈ ਗਈ, ਪੰਜਾਬੀ ਬੋਲਦੇ ਇਲਾਕੇ ਸਾਡੇ ਬਾਹਰ ਰੱਖੇ ਗਏ, ਦਰਿਆਈ ਪਾਣੀ ਸਾਡਾ ਖੋਹ ਲਿਆ ਗਿਆ, ਔਰ ਲਗਾਤਾਰ ਜਿਹੜਾ ਬਾਕੀ ਬਚਿਆ ਉਹ ਸੁਪਰੀਮ ਕੋਰਟ ਕਹਿੰਦਾ ਵੀ ਇਹਨਾਂ ਨੂੰ ਦੇ ਦਿਓ। ਹੁਣ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਔਰ ਕਦੇ ਨਿਆਂ ਮਿਲਣ ਦੀ ਸੰਭਾਵਨਾ ਨਹੀਂ। ਕਿਉਂਕਿ ਨਿਆਂ ਕਿਸ ਤਰ੍ਹਾਂ ਮਿਲਦਾ? ਕਿਉਂਕਿ ਪੰਜਾਬੀ ਹਨਗੇ ਜਾਂ ਸਿੱਖ ਹਨਗੇ, ਇਹ ਨਿਆਂ ਲੈਣ ਵਾਸਤੇ ਆਪਣੇ ਆਪ ਨੂੰ ਲਾਮਬੰਦ ਨਹੀਂ ਕਰ ਸਕ ਰਹੇ। ਜੇ ਤੁਸੀਂ ਨਿਆਂ ਲੈਣਾ ਤਾਂ ਤੁਹਾਨੂੰ ਆਪਣੇ ਆਪ ਨੂੰ ਲਾਮਬੰਦ ਕਰਨਾ ਪਏਗਾ, ਬਜਾਏ ਇਸ ਦੇ ਕਿ ਤੁਸੀਂ ਕਿਸੇ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਚਲਾਓ। ਮੈਂ ਥੋੜਾ ਜਿਹਾ ਇਸ ਨੂੰ ਐਲੈਬੋਰੇਟ ਕਰਦਾ ਜੀ। 1984 ਪਹਿਲਾਂ ਤਾਂ ਬਰਨਾਲੇ ਦੇ ਉੱਤੇ ਅਸੀਂ ਭਰੋਸਾ ਕੀਤਾ ਕਿ ਜੀ ਇਹ ਸਮਝੌਤਾ ਕਰ ਲਿਆ ਲੌਂਗੋਵਾਲ ਨੇ ਤੇ ਸਾਨੂੰ ਚੰਡੀਗੜ੍ਹ ਵੀ ਮਿਲ ਜਾਏਗਾ ਤੇ ਸਾਰਾ ਕੁਝ ਤਰੀਕਾ ਵੀ ਤੈਅ ਹੋ ਗਈਆਂ, ਤੇ ਨਿਆਂ ਨਹੀਂ ਮਿਲਿਆ। ਨਾ ਉਹ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਨਿਆਂ ਮਿਲਿਆ। ਉਸ ਤੋਂ ਬਾਅਦ ਫਿਰ ਅਸੀਂ 1999 ਦੇ ਵਿੱਚ ਉਹਨੂੰ ਮਾਨ ਨੂੰ ਆਗੂ ਥਾਪ ਕੇ ਸਾਨੂੰ ਵਰਗਲਾਇਆ ਗਿਆ ਕਿ ਜੀ ਇਹ ਬੜਾ ਖਾੜਕੂ ਆਦਮੀ ਹੈ, ਇਹ ਲੈ ਕੇ ਜਾਏਗਾ ਨਿਆਂ। ਉਸ ਬੰਦੇ ਨੇ ਕਿਰਪਾਨ ਦੇ ਨਾਲ ਸਿੱਖ ਸਿਆਸਤ ਨੂੰ ਜ਼ਿਬਾ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਇਹ ਸੋਚ ਕੇ ਕਿ ਉਹ ਸਿਰਫ 3 ਫੁੱਟੀ ਕਿਰਪਾਨ ਦੇ ਬਾਰੇ ਹੀ ਵਿਚਾਰ ਕਰਦਾ ਰਿਹਾ। 92 ਦੇ ਵਿੱਚ ਅਸੀਂ ਇਹ ਸੋਚਿਆ ਕਿ ਅਸੀਂ ਨਿਆਂ ਲੈਣ ਦੇ ਕਾਬਿਲ ਸਾਂ, ਸਾਡੀ ਸਰਕਾਰ ਬਣ ਸਕਦੀ ਸੀ, ਪਰ ਅਸੀਂ ਇਹ ਸੋਚਿਆ ਕਿ ਅਸੀਂ ਨਹੀਂ ਬਾਈਕਾਟ ਕਰਨਾ ਹੈ ਔਰ ਅਸੀਂ ਆਪਣੇ ਆਪ ਨਿਆਂ ਨਹੀਂ ਲੈਣਾ, ਅਸੀਂ ਕਿਸੇ ਦੂਸਰੇ ਦੀ ਮਿਹਨਤ ਕਰਕੇ ਨਿਆਂ ਲੈਣਾ ਹੈ। ਸੋ ਉਹ ਸਾਡਾ ਵੀ ਗਿਆ। ਆਖਰ ਦੇ ਵਿੱਚ ਕੀ ਹੋਇਆ ਕਿ ਬਾਦਲ ਨੂੰ ਲਿਆ ਕੇ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ, ਔਰ ਸਿਰਫ ਇਹ ਸਾਰੀ ਕਵੈਤ ਜਿਹੜੀ ਇਸ ਤੋਂ ਪਹਿਲਾਂ ਹੋਈ ਸੀ ਮਾਨ ਦੀ ਤੇ ਉਸ ਦੀ ਸੁਰਜੀਤ ਸਿੰਘ ਬਰਨਾਲਾ ਦੀ ਤੇ ਬਾਕੀ ਸਾਰਿਆਂ ਦੀ, ਉਹ ਸਿਰਫ ਇਸ ਵਾਸਤੇ ਸੀ ਕਿ ਬਾਦਲ ਆ ਕੇ ਗੱਦੀ ਦੇ ਉੱਤੇ ਬੈਠੇ ਔਰ ਮੁੜ ਕੇ ਨਿਆਂ ਦੀ ਗੱਲ ਕੋਈ ਕਿਧਰੇ ਚੱਲੇ ਨਾ। ਉਸ ਤੋਂ ਬਾਅਦ ਕੀ ਹੋਇਆ, ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਵਾਲੇ ਇਹਨਾਂ ਨੂੰ ਲਿਆਂਦਾ ਗਿਆ ਇਹ ਸੋਚ ਕੇ, ਕਿਉਂਕਿ ਇਹ ਕਹਿ ਰਹੇ ਸਨ ਕਿ 24 ਘੰਟਿਆਂ 'ਚ ਨਿਆਂ ਹੋ ਜਾਏਗਾ। ਬੜੇ ਇਮਾਨਦਾਰ ਲੋਕ ਇਹਨਾਂ ਦੇ ਵਿੱਚ ਸਨ, ਜਿਨ੍ਹਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਹੁਣੇ, ਤੇ ਇਹੋ ਜਿਹੇ ਲੋਕ ਸਨ ਤੇ ਅਸੀਂ ਸੋਚਿਆ ਸੀ ਵੀ ਨਿਆਂ ਹੋ ਜਾਏਗਾ। ਲੋਕਾਂ ਨੇ ਬੜੇ ਭਰੋਸੇ ਨਾਲ ਔਰ ਬੜੇ ਚੰਗੀ ਤਰ੍ਹਾਂ ਨਾਲ ਵੋਟਾਂ ਪਾਈਆਂ, ਲੇਕਿਨ ਇਹਨਾਂ ਦੀ ਵੀ ਤਾਰ ਕਿਤੋਂ ਹੋਰ ਹਿਲਦੀ ਹੈ। ਇੱਕ ਤਾਂ ਜਿਹੜੇ ਦਿੱਲੀ ਵਾਲੇ ਹਨਗੇ, ਉਹਨਾਂ ਨੇ ਨਿਆਂ ਨਹੀਂ ਹੋ ਸਕਦਾ ਇਸ ਦਾ ਭਰੋਸਾ ਉਸੇ ਵੇਲੇ ਸਾਨੂੰ ਦੇਤਾ ਸੀ ਜਦੋਂ ਉਹਨਾਂ ਨੇ ਜਿਹੜੇ ਬੰਦਿਆਂ ਦੇ ਰਾਹੀਂ ਨਿਆਂ ਦੇਣਾ ਸੀ ਉਹਨਾਂ ਨੂੰ ਕਿਤੇ ਵੀ ਕੋਈ ਅਹਿਮੀਅਤ ਨਾ ਦਿੱਤੀ ਜੀ। ਫਿਰ ਉਸ ਤੋਂ ਬਾਅਦ ਇਹ ਜਿਹੜੀ ਐਤਕੀ ਵਾਰੀ ਹੁਣ ਜਿਹੜਾ ਮਸਲਾ ਚੱਲ ਰਿਹਾ ਹੈ ਇਸ ਵੇਲੇ, ਉਹ ਅੰਮ੍ਰਿਤਪਾਲ ਸਿੰਘ ਦਾ ਹੈ। ਅੰਮ੍ਰਿਤਪਾਲ ਸਿੰਘ ਜੀ ਕਦੇ ਵੀ ਸਿਆਸਤ ਦੀ ਗੱਲ ਨਹੀਂ ਕਰਦੇ, ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਔਰ ਇਹ ਜਿਹੜਾ ਸਿਆਸਤ ਦੇ ਪਿੜ ਦੇ ਵਿੱਚ ਆਪ ਇਕੱਠੇ ਹੋ ਕੇ ਅਸੀਂ ਨਿਆਂ ਲੈ ਸਕਦੇ ਹਾਂ, ਸਾਡੇ ਵਾਸਤੇ ਕੋਈ ਨਿਆਂ ਨਹੀਂ ਲੈ ਕੇ ਦੇਗਾ ਸਾਨੂੰ। ਤੇ ਇਹ ਜਿਹੜੀ ਹੈਗੀ, ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਇਹ ਸਿਰਫ ਬਾਦਲ ਵਾਸਤੇ ਗੱਦੀ ਗਰਮ ਰੱਖੀ ਜਾ ਰਹੀ ਹੈ।
ਸਰ ਗੁਰਤੇਜ ਜੀ, ਜਿਹੜਾ ਮੈਂ ਅੱਗੇ ਵੀ ਮਹਿਮਾਨਾਂ ਤੋਂ ਸਵਾਲ ਲੈਣੇ ਆ, ਪਰ ਇੱਕ ਸਵਾਲ ਜਿਹੜਾ ਮੈਂ ਜ਼ਰੂਰ ਲੈਣਾ ਚਾਹਾਂਗਾ, ਜੋ ਤੁਸੀਂ ਕਹਿੰਦੇ ਕਿ ਨਿਆਂ ਜਾਂ ਇਨਸਾਫ ਨਹੀਂ ਮਿਲਦਾ, ਅਸੀਂ ਇਕੱਠੇ ਹੋ ਕੇ ਲੜਾਈ ਨਹੀਂ ਲੜ ਸਕਦੇ। ਦੇਖੋ, ਸਾਡੇ ਸਾਹਮਣੇ ਕਿਸਾਨੀ ਅੰਦੋਲਨ ਦੀ ਬੇਸ਼ੱਕ ਮੁੱਦਾ ਵੱਖਰਾ, ਮਾਮਲਾ ਵੀ ਵੱਖਰਾ ਹੈ। ਕਿਸਾਨੀ ਅੰਦੋਲਨ ਜਿਸ ਤਰੀਕੇ ਨਾਲ ਲੜਾਈ ਲੜੀ ਗਈ, ਤਿੰਨੇ ਖੇਤੀ ਕਾਨੂੰਨ ਜਿਹੜੇ ਵਾਪਸ ਹੋਏ ਕਿ ਨਹੀਂ ਹੋਏ ਜੀ? ਇਹ ਤਾਂ ਹੋਏ ਨਾ, ਜੇ ਲੜਨ ਤਾਂ ਵਾਪਸ ਵੀ ਹੁੰਦੇ ਆ। ਨਹੀਂ, ਮੈਂ ਤਾਂ ਆਪ ਕਹੀ ਜਾਂਦਾ ਕਿ ਅਸੀਂ ਇਸ ਦੇ ਕਾਬਿਲ ਨਹੀਂ ਰਹੇ ਕਿ ਅਸੀਂ ਆਪਣਾ ਨਿਆਂ ਆਪ ਲੈ ਸਕੀਏ। ਅਸੀਂ ਲੋਕਾਂ ਦੇ ਉੱਤੇ ਆਸ ਕਰਦੇ ਹਾਂ। ਕਦੇ ਅਸੀਂ ਕਹਿੰਦੇ ਹਾਂ ਮਾਨ ਨਿਆਂ ਲੈ ਦੇਗਾ, ਕਦੇ ਅਸੀਂ ਕਹਿੰਦੇ ਹਾਂ ਬਾਦਲ ਨਿਆਂ ਲੈ ਦੇਗਾ, ਕਦੇ ਅਸੀਂ ਅਮਰਿੰਦਰ ਤੇ ਆਸ ਰੱਖਦੇ ਹਾਂ, ਇਹਨੇ ਕਸਮ ਖਾਧੀ ਹੈ, ਕਦੇ ਅਸੀਂ ਜਿਹੜੀ ਇਹ ਆਮ ਆਦਮੀ ਪਾਰਟੀ ਇਸ ਤੇ ਰੱਖਦੇ ਹਾਂ। ਇਹ ਜਿਹੜਾ ਨਿਆਂ ਲੈਂਦੇ ਆ ਨਾ ਲੋਕ, ਉਹ ਆਪਣੇ ਬਾਹੂਬਲ ਦੇ ਉੱਤੇ ਲੈਂਦੇ ਆ। ਜੇ ਹੁਣ ਫਰਜ਼ ਕਰੋ ਇਸ 84 ਦੇ ਵਿੱਚ 24 ਦੇ ਵਿੱਚ ਸਾਡੇ 10 ਬੰਦੇ ਪਾਰਲੀਮੈਂਟ ਦੇ ਵਿੱਚ ਚਲੇ ਜਾਂਦੇ ਨੇ, ਜਿਹੜੇ ਚੰਗੀ ਤਰ੍ਹਾਂ ਨਾਲ ਸਾਰੀ ਸਿਆਸਤ ਨੂੰ ਸਮਝਦੇ ਨੌਜਵਾਨ ਲੋਕ, ਤਾਂ ਉਹ ਜਾ ਕੇ 1 ਮਿੰਟ ਦੇ ਵਿੱਚ ਨਿਆਂ ਲੈ ਸਕਦੇ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਜੀ। ਬਿਲਕੁਲ, ਥੈਂਕ ਯੂ ਵੈਰੀ ਮਚ। ਬਥੇਰੇ ਮੌਕੇ ਆਏ ਨੇ ਜੀ, ਬਿਲਕੁਲ ਆਪਾਂ ਫੇਰ ਆਵਾਂਗੇ ਇਸੇ ਮੁੱਦੇ ਤੇ। ਧਾਲੀਵਾਲ ਜੀ, ਮੁੱਦਾ ਬਹੁਤ ਵੱਡਾ ਹੈ। ਜਿਸ ਤਰ੍ਹਾਂ ਸੰਧੂ ਸਾਹਿਬ ਦਾ ਕਹਿਣਾ ਕਿ ਇਸ ਮਾਮਲੇ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈਗੀ ਕਾਇਮ ਹੈ ਕਿ ਨਿਆਂ ਤੇ ਇਨਸਾਫ ਮਿਲੇਗਾ, ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਦੀਆਂ ਜਿਹੜੀਆਂ ਉਲਝਣਾਂ ਹੈ ਉਹਨਾਂ ਤੰਦਾਂ ਨੂੰ ਸੁਲਝਾਉਂਦਿਆਂ ਹੀ ਕੁਝ ਹੋਰ ਸਮਾਂ ਲੱਗ ਸਕਦਾ ਹੈ। ਪਰ ਦੂਜੇ ਪਾਸੇ ਜਿੱਦਾਂ ਗੁਰਤੇਜ ਜੀ ਨੇ ਕਿਹਾ ਕਿ ਪੰਜਾਬ ਦਾ ਪਿਛਲਾ ਤਜਰਬਾ ਹੈ ਕਿ ਲੜੇ ਬਗੈਰ, ਇਕੱਠੇ ਹੋਏ ਬਗੈਰ ਨਿਆਂ ਮਿਲਦਾ ਨਹੀਂ ਤੇ ਨਾ ਮਿਲ ਸਕਦਾ ਹੈ। ਜੀ ਧਾਲੀਵਾਲ ਸਾਹਿਬ। ਸਿੱਧੂ ਸਾਹਿਬ, ਮੈਂ ਥੋੜੀ ਵੱਖਰੀ ਰਾਏ ਰੱਖਦਾ। ਮੈਂ ਭਾਰਤੀ ਤੰਤਰ ਦੀ ਜਿਹੜੀ ਨਿਆਂ ਪ੍ਰਣਾਲੀ ਹੈ ਜੀ, ਉਹ ਥੋੜੀ ਸੁਸਤ ਜ਼ਰੂਰ ਹੈ, ਪਰ ਪੁਖਤਾ ਨਿਆਂ ਜਿਹੜਾ ਬਹੁਤ ਮੁੱਦਿਆਂ ਤੇ ਭਾਰਤੀ ਨਿਆਂ ਪ੍ਰਣਾਲੀ ਨੇ ਦਿੱਤਾ। ਜੇ ਉੱਤੇ ਜਿਹੜੇ ਲੀਡਰ ਹੈ ਉਹ ਚਾਹੁੰਦੇ ਹੋਣ ਤਾਂ, ਜਿਵੇਂ 83 ਦੇ ਇਨਸਾਫ ਦੀ ਗੱਲ ਕਰ ਲਈਏ ਤਾਂ ਜਿੰਨਾ ਚਿਰ ਕਾਂਗਰਸ ਬੈਠੀ ਰਹੀ ਉਹਨੇ ਉਹਨੂੰ ਲੱਦ-ਪਲੱਦ ਕੀਤਾ। ਕੇਂਦਰ ਦੇ ਵਿੱਚ ਕਾਲੀਆਂ ਸੂਚੀਆਂ ਦੀ ਗੱਲ ਹੋਵੇ, ਉਹਨਾਂ ਨੇ ਲੱਦ-ਪਲੱਦ ਕੀਤਾ, ਕਿਉਂਕਿ ਉਹਨਾਂ ਦੀ ਮਨਸ਼ਾ ਸੀ ਉੱਦਾਂ ਦੀ। ਉਹ ਮਨਸ਼ਾ ਜਿਹੜੀ ਹੈਗੀ ਹੈ ਉਹ ਸਿੱਖਾਂ ਨੂੰ ਇਨਸਾਫ ਦੇਣ ਦੀ ਨਹੀਂ ਸੀ। ਪਰ ਜਦੋਂ ਇਹ ਨਰਿੰਦਰ ਭਾਈ ਮੋਦੀ ਜੀ ਆਉਂਦੇ ਆ ਤਾਂ ਜਿਹੜਾ 84 ਦੇ ਸਾਨੂੰ ਜਿਹੜੇ ਉਹ ਵੀ ਅੰਦਰ ਰੱਖ ਦਿੱਤੇ ਜਾਂਦੇ ਆ। ਕਾਨਪੁਰ ਤੱਕ ਦੇ ਜਿਹੜੇ ਕਦੇ ਸੁਣੇ ਹੀ ਨਹੀਂ ਸੀ ਵੀ ਉੱਥੇ ਦੰਗੇ ਹੋਏ ਆ, ਲੋਕਾਂ ਨੇ ਲਿਸਟ 'ਚ ਹੀ ਨਹੀਂ ਸੀ ਆਉਂਦੇ ਕਈ ਪੰਜਾਬੀਆਂ ਦੇ, ਉੱਥੋਂ ਤੱਕ ਦੇ ਲੋਕ ਜਿਹੜੇ ਆ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ, ਔਰ ਜਿਹੜੀ ਕਾਲੀ ਸੂਚੀ ਸਿੱਖਾਂ ਦੀ ਆ ਉਹ ਖਤਮ ਕੀਤੀ ਗਈ। ਉਵੇਂ ਜਿਹੜਾ ਇਹ ਬਰਗਾੜੀ ਦਾ ਇਨਸਾਫ ਹੈ, ਇਹਦੇ ਤੇ ਜਿਹੜਾ ਪਹਿਲਾਂ ਭਾਵੇਂ ਠੀਕ ਹੈ ਅਕਾਲੀ ਭਾਜਪਾ ਸਰਕਾਰ ਨੂੰ ਇਸ ਤੇ ਬਹੁਤ ਜ਼ਿਆਦਾ ਨਿੰਦਿਆ ਗਿਆ, ਕਿਉਂਕਿ ਰਾਜਸੀ ਲਾਹਾ ਜਿਹੜਾ ਇਹਦਾ ਸਭ ਤੋਂ ਜ਼ਿਆਦਾ ਹੈ ਉਹ ਆਮ ਆਦਮੀ ਪਾਰਟੀ। ਠੀਕ ਹੈ, ਆਮ ਆਦਮੀ ਪਾਰਟੀ ਕਹਿੰਦੀ ਜੇ ਅੱਜ ਇਨਸਾਫ ਮਿਲ ਜੇ ਸਾਨੂੰ ਤਾਂ ਕੁਝ ਹੋਰ ਹੋਣਾ ਨਹੀਂ। ਉਹਨਾਂ ਨੇ ਜਿਹੜਾ ਫਾਇਦਾ ਲੈਣਾ ਸੀ, ਰਾਜਸੀ ਫਾਇਦਾ, ਇਹਨੂੰ ਲਮਕਾ ਕੇ ਲੈਣ ਦਾ ਕੋਸ਼ਿਸ਼ ਕੀਤੀ। ਜਦੋਂ ਆਉਂਦੇ ਸੀ ਉਦੋਂ ਕਹਿੰਦੇ ਸੀ ਕਿ ਅਸੀਂ 24 ਘੰਟਿਆਂ 'ਚ ਦੇ ਦਾਂਗੇ, ਜਦ ਕਿ ਸਾਰੇ ਸ਼ਗੂਫੇ ਲੱਗਦੇ ਸੀ। ਆਪਾਂ ਨੂੰ ਵੀ ਪਤਾ ਕਿ 24 ਘੰਟਿਆਂ 'ਚ ਕੋਈ ਇਨਸਾਫ ਨਹੀਂ ਹੁੰਦਾ, 3 ਮਹੀਨਿਆਂ 'ਚ ਵੀ ਨਹੀਂ ਕੋਈ ਹੁੰਦਾ, ਉਹ ਸਮਾਂ ਲੱਗਦਾ। ਔਰ 2 ਜਿਹੜੇ ਮੇਜਰ ਇਹ ਕੇਸ ਹੈ, ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਦਾ, ਇੱਕ ਦੀ ਜਿਹੜੇ ਹੈਗੇ ਆ ਸਬਮਿਸ਼ਨ ਹੋ ਚੁੱਕੀ ਹੈ, ਔਰ ਜਿਹੜਾ ਗੋਲੀ ਕਾਂਡ ਆ ਉਹਦੀ ਸਬਮਿਸ਼ਨ ਰਹਿੰਦੀ ਹੈ। ਹੁਣ ਇਹ ਦੋਨਾਂ ਦੇ ਵਿੱਚ ਇਹਨੂੰ ਰਾਜਨੀਤੀਕਰਨ ਕੀਤਾ ਗਿਆ। ਜਿਹੜੇ ਅਸਲੀ ਕਲਪ੍ਰਿਟ ਐਜ਼ ਪਰ ਲਾਅ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਗੱਲ ਨਾ ਕਰਕੇ ਇਹਨੂੰ ਰਾਜਸੀ ਰੰਗਤ ਦੇ ਕੇ ਇਸ ਕੇਸ ਨੂੰ ਖਰਾਬ ਕੀਤਾ ਗਿਆ। ਔਰ ਉਹ ਅੱਜ ਵੀ ਜਿਹੜੇ ਸਾਡੇ ਕੁਝ ਮਿੱਤਰ ਹੈ ਉਹ ਸੜਕ ਦੇ ਉੱਤੇ ਬੈਠੇ ਆ, ਬਾਈ ਸੁਖਰਾਜ ਹੁਣੀ, ਔਰ ਬੜੀ ਇਹ ਦੁੱਖ ਤਕਲੀਫ ਦੇਣ ਵਾਲੀ ਗੱਲ ਹੈ ਸਾਨੂੰ ਸਾਰੇ। ਔਰ ਉਹਦੇ ਉੱਤੇ ਸਪੀਕਰ ਸਾਹਿਬ ਬਹੁਤ ਸਿਆਣੇ ਹੈ। ਸਪੀਕਰ ਸਾਹਿਬ ਨੇ ਜਿਹੜਾ ਹੈਗਾ, ਉਹਨਾਂ ਨੇ ਵੈਸੇ ਜਦੋਂ ਇਹ ਵਾਪਰਿਆ ਸਾਰਾ ਹਾਦਸਾ ਸੀ ਉਦੋਂ ਇਕੱਠੇ ਸੀਗੇ, ਭਾਵੇਂ ਉਹ ਰਾਜਨੀਤਿਕ ਸਫਾ ਦੀ ਗੱਲ ਨਹੀਂ ਸੀ ਇਹਦੇ ਵਿੱਚ, ਕਿਉਂਕਿ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਚਾਹੁੰਦੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਔਰ ਜੇ ਕੋਈ ਕਰੇ ਤੇ ਉਹ ਬਖਸ਼ਿਆ ਜਾਵੇ। ਇਹ ਕੋਈ ਨਹੀਂ ਚਾਹੁੰਦਾ, ਹਰ ਕੋਈ ਚਾਹੁੰਦਾ ਉਹਨੂੰ ਫੜ ਕੇ ਅੰਦਰ ਦਿੱਤਾ ਜਾਵੇ। ਔਰ ਸਪੀਕਰ ਸਾਹਿਬ ਉਸ ਵੇਲੇ ਨਾਲ ਹੀ ਹੁੰਦੇ ਸੀ। ਉਦੋਂ ਸਪੀਕਰ ਨਹੀਂ ਸੀ, ਇੱਕ ਸਧਾਰਨ ਕਾਰਜਕਰਤਾ ਸੀਗੇ ਤੇ ਸਾਡੇ ਨਾਲ ਹੀ ਰਹਿੰਦੇ ਸੀ। ਉਹ ਹੁਣ ਜਦੋਂ ਸਪੀਕਰ ਬਣ ਗਏ, ਹੁਣ ਜਾ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਅਸਤੀਫਾ ਦੇ ਦੂੰਗਾ, ਉਹ ਬਿਆਨ ਜਿਹੜਾ ਹੈਗਾ ਉਹਨਾਂ ਲਈ ਮੈਨੂੰ ਲੱਗਦਾ ਵੀ ਉਹ ਬੜੇ ਸੰਜੀਦਾ ਵੀ ਹੈਗੇ ਆ, ਤੇ ਇੱਕ ਜਿਹਨੂੰ ਭਾਵਕ ਇਨਸਾਨ ਮੈਂ ਉਹਨਾਂ ਨੂੰ ਕਹਿ ਸਕਦਾ, ਜਿੰਨਾ ਕਿ ਮੈਂ ਪਰਸਨਲੀ ਉਹਨਾਂ ਨੂੰ ਜਾਣਦਾ, ਉਹ ਭਾਵਕਤਾ 'ਚ ਦੇ ਗਏ। ਪਰ ਆਪਣੀ ਸਰਕਾਰ ਬਾਰੇ ਬਹੁਤਾ ਜਾਣਦੇ ਨਹੀਂ ਸੀ ਕਿ ਸਰਕਾਰ ਸਾਡੀ ਜਿਹੜੀ ਹੈ ਉਹ ਤਾਂ ਸਾਰਿਆਂ ਨੂੰ ਭੇਜ ਦੂਗੀ ਗੁਜਰਾਤ ਜਾਂ ਹਿਮਾਚਲ, ਤਾਂ ਇੱਥੇ ਕੰਮ ਕਰਨ ਵਾਲਾ ਹੀ ਕੋਈ ਨਹੀਂ ਰਹਿਣਾ, ਤਾਂ ਅਸੀਂ ਇੰਨੇ ਥੋੜੇ ਸਮੇਂ ਦੇ ਵਿੱਚ ਕੀ ਕੰਮ ਕਰਕੇ ਦੇ ਦਾਂਗੇ। ਹੁਣ ਜੇ ਕੋਈ ਦਿਸ਼ਾ 'ਚ ਕੰਮ ਕਰ ਵੀ ਰਹੀ ਸੀ ਸੈੱਟ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸੈਕਟਰੀਏਟ ਦੇ ਵਿੱਚ ਛੁੱਟੀਆਂ ਦਾ ਮਾਹੌਲ ਹੈ, ਔਰ ਇਹ ਮੈਂ ਨਹੀਂ ਕਹਿੰਦਾ ਅਖਬਾਰਾਂ 'ਚ ਛਪ ਗਿਆ। ਚਲੋ ਇਸ ਮੁੱਦੇ ਤੇ ਧਾਲੀਵਾਲ ਜੀ ਦੇਖੋ, ਮੁੱਦਾ ਵੱਡਾ ਮੁੱਦਾ, ਇਸ ਮੁੱਦੇ ਤੇ ਵੱਖਰੀ ਡਿਬੇਟ ਵੀ ਹੋ ਸਕਦੀ ਹੈ ਜੀ। ਨਹੀਂ, ਇਹਦੇ ਨਾਲ ਜੁੜਿਆ ਹੋਇਆ ਮੁੱਦਾ ਸਿੱਧੂ ਸਾਹਿਬ, ਪੁਲਿਸ ਸੈਕਟਰੀਏਟ ਦੇ ਵਿੱਚ ਛੁੱਟੀਆਂ ਦਾ ਮਾਹੌਲ ਹੈ।
ਸਿੱਧੂ ਸਾਹਿਬ ਸਾਬਕਾ ਆਈਐਸ ਹੈ, ਦੱਸ ਦੇਣਗੇ ਇਹ ਗੱਲ ਦੇ ਵਿੱਚ ਵੀ ਪੁਲਿਸ ਸੈਕਟਰੀਏਟ ਛੁੱਟੀਆਂ ਦਾ ਮਾਹੌਲ ਦਾ ਮਤਲਬ ਕੀ ਹੈ। ਥਾਣੇ ਮੁਨਸ਼ੀਆਂ ਦੇ ਆਸਰੇ ਹੈ, ਵੱਡੇ ਅਫਸਰ ਸਾਰੇ ਇਕੱਲੇ ਹੋਏ ਆ। ਆਪਾਂ ਜਵਾਬ ਲੈਣੇ ਆ ਜੀ ਜੀ ਧਾਲੀਵਾਲ ਜੀ, ਆਪਾਂ ਜਵਾਬ ਲੈਣੇ। ਮੈਂ ਅਪੀਲ ਇਹ ਕਰਨਾ ਚਾਹੁੰਦਾ, ਸੰਧਵਾ ਸਾਹਿਬ ਭਾਵਕ ਇਨਸਾਨ ਹੈ, ਜ਼ਰੂਰ ਇਸ ਮੁੱਦੇ ਤੇ ਅੱਜ ਇੱਕ ਇਤਿਹਾਸ ਉਹਨਾਂ ਨੂੰ ਸਿਰਜਣਾ ਚਾਹੀਦਾ। ਉਹਨਾਂ ਨੂੰ ਅਸਤੀਫਾ ਦੇ ਕੇ ਕੇਜਰੀਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਸਾਹਿਬ ਨੂੰ, ਸੀਐਮ ਸਾਹਿਬ ਨੂੰ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਮੈਂ ਉਹਨਾਂ ਚਿਰ ਜੁਆਇਨ ਨਹੀਂ ਕਰੂੰਗਾ ਜਿੰਨਾ ਚਿਰ ਇਹ ਇਨਸਾਫ ਨਹੀਂ ਮਿਲਦਾ। ਤੁਹਾਡੀ ਗੱਲ ਆ ਗਈ ਧਾਲੀਵਾਲ ਜੀ, ਤੁਹਾਡੀ ਗੱਲ ਮੁਕੰਮਲ ਆ ਗਈ, ਮੁਕੰਮਲ ਤੁਸੀਂ ਆਪਣਾ ਕਮੈਂਟ ਮੁਕੰਮਲ ਕਰ ਲਿਆ ਜਿਹੜਾ ਹੈਗਾ। ਸਾਡੇ ਨਾਲ ਅਮਰਿੰਦਰ ਜੀ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਅਮਰਿੰਦਰ ਜੀ, ਮੈਂ ਮਾਫੀ ਚਾਹਾਂਗਾ, ਆਪਾਂ ਇੱਕ ਜਵਾਬ ਜ਼ਰੂਰ ਜਿਹੜਾ ਹੈਗਾ ਸੰਧੂ ਸਾਹਿਬ ਤੋਂ ਲਈਏ। ਸੰਧੂ ਸਾਹਿਬ, ਜਿਸ ਮਾਮਲੇ ਤੇ ਗੱਲ ਕੀਤੀ ਹੈ ਧਾਲੀਵਾਲ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਅਸਤੀਫਾ ਦੇ ਕੇ ਨਿਆਂ ਤੇ ਇਨਸਾਫ ਲਈ ਡਟ ਜਾਣਾ ਚਾਹੀਦਾ, ਸੰਧਵਾ ਹੋਣ ਚਾਹੇ ਨਿੱਜਰ ਹੋਣ। ਦੂਜੇ ਪਾਸੇ ਗੁਰਤੇਜ ਜੀ ਦਾ ਕਹਿਣਾ ਕਿ ਪਹਿਲਾਂ ਹੀ ਪਤਾ ਸੀਗਾ ਕਿ ਲੜਾਈ ਲੜੇ ਬਗੈਰ ਨਿਆਂ ਤੇ ਇਨਸਾਫ ਨਹੀਂ ਮਿਲਦਾ, ਕੇਵਲ ਜਿਹੜਾ ਹੈਗਾ ਲੜਾਈ ਹੀ ਲੜ ਕੇ ਜਿਹੜੀ ਹੈ ਨਿਆਂ ਲਿਆ ਜਾ ਸਕਦਾ ਹੈ। ਪਰ ਕਿਉਂਕਿ ਇੱਥੇ ਇਹੋ ਜਿਹਾ ਮਾਹੌਲ ਨਹੀਂ, ਸਾਡੇ 'ਚ ਇਕਮੁੱਠਤਾ ਨਹੀਂ, ਇਕੱਠੇ ਨਹੀਂ ਹੈ, ਇਸ ਦਾ ਫਾਇਦਾ ਸਰਕਾਰਾਂ ਉਠਾਉਂਦੀਆਂ। ਜੀ ਸੰਧੂ ਜੀ। ਨਹੀਂ, ਵੇਖੋ ਸਿੱਧੂ ਸਾਹਿਬ, ਗੱਲ ਇਹ ਆ ਵੀ ਖੇਤੀ ਕਾਨੂੰਨਾਂ ਦੇ ਵਿੱਚ ਇਸ ਤਰ੍ਹਾਂ ਸੀ ਕਿ ਕੇਂਦਰ ਨੇ ਕਾਨੂੰਨ ਪਾਸ ਕੀਤੇ ਸੀ, ਉਹ ਜਿਹੜੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹ ਲੜਾਈ ਸੀ। ਉਹ ਸਰਕਾਰ ਦੇ ਬਿਲਕੁਲ ਇਹ ਨਹੀਂ ਸੀ ਹੈਗਾ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਂਚ ਦੀ ਲੋੜ ਸੀ ਜਾਂ ਕੋਈ ਇਨਵੈਸਟੀਗੇਸ਼ਨ, ਕੋਈ ਸਿੱਟ ਨੇ ਕੁਝ ਇਸ ਤਰ੍ਹਾਂ ਦਾ ਕੁਝ ਕਰਨਾ ਸੀ। ਉਹ ਇਸ ਤਰ੍ਹਾਂ ਦਾ ਮਸਲਾ ਨਹੀਂ ਸੀ ਹੈਗਾ। ਔਰ ਇਹ ਦੋਨਾਂ ਮਸਲਿਆਂ ਨੂੰ ਇੱਕ ਕਰਕੇ ਨਹੀਂ ਆਪਾਂ ਵੇਖ ਸਕਦੇ। ਔਰ ਉੱਥੇ ਸਿਰਫ ਸਰਕਾਰ ਦੀ ਅੜੀ ਤੇ ਲੋਕਾਂ ਦੀ ਮੰਗ, ਇਹਦੇ ਵਿਚਕਾਰ ਸਾਰੀ ਲੜਾਈ ਸੀ। ਔਰ ਜਿਹੜਾ ਹੁਣ ਜਿਹੜੀ ਹੈਗੀ ਹੈ ਵੀ ਸਰਕਾਰ ਵੀ ਗੰਭੀਰ ਹੈ, ਕਰਨਾ ਭਾਵੇਂ ਸਿੱਟ ਨੇ ਹੈ, ਮਹਿਕਮਿਆਂ ਨੇ ਕੰਮ, ਜਾਂਚ ਏਜੰਸੀ ਜਾਂ ਉਹਨਾਂ ਦਾ ਕੰਮ ਹੈ। ਇਹ ਨਹੀਂ ਕਿ ਕੋਈ ਮਤਲਬ ਕਿ ਪੋਲੀਟੀਕਲ ਲੋਕਾਂ ਨੇ ਖੁਦ ਕਰਨਾ ਹੁੰਦਾ, ਜਾਂਚ ਕਰਨੀ ਹੁੰਦੀ ਜਾਂ ਖੁਦ ਇਸ ਤਰ੍ਹਾਂ। ਇੰਨਾ ਜ਼ਰੂਰ ਹੈ ਕਿ ਜਦੋਂ ਸਾਡਾ ਕੋਈ ਪ੍ਰੈਸ਼ਰ ਨਹੀਂ ਹੋਏਗਾ, ਅਸੀਂ ਜੇ ਉਹਨਾਂ ਨੂੰ ਪ੍ਰੈਸ਼ਰ ਕਰਕੇ ਸਿੱਧੂ ਸਾਹਿਬ, ਕਈ ਵਾਰ ਸਰਕਾਰਾਂ ਪਹਿਲੀਆਂ 'ਚ ਕੀ ਹੋਇਆ ਵੀ ਜਦੋਂ ਸਰਕਾਰ ਪ੍ਰੈਸ਼ਰ ਕਰਦੀ ਹੈ ਤਾਂ ਪੁਲਿਸ ਤੇ ਜਾਂਚ ਏਜੰਸੀਆਂ ਫਿਰ ਜਿਹੜੀਆਂ ਨੇ ਪ੍ਰੋਪਰ ਜਾਂਚ ਜਿਹੜੀ ਕਰਨੀ ਪਾਉਂਦੀਆਂ। ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ, ਐਵੇਂ ਦਾ ਕੋਈ ਮਾਹੌਲ, ਐਵੇਂ ਦਾ ਕੋਈ ਮਾਹੌਲ ਨਹੀਂ ਹੈ। ਔਰ ਦੂਜੀ ਗੱਲ, ਨਫਰੀ ਹੈ ਨਹੀਂ, ਮੁਲਾਜ਼ਮ ਤਾਂ ਸਾਰੇ ਬਾਹਰ ਫਿਰਦੇ ਆਪਣੇ ਥਾਣੇ ਦਾ, ਆਪਣੇ ਬਿਨਾਂ ਜਿਹੜੇ ਐਸਐਚਓ ਤੋਂ ਆ, ਡੀਐਸਪੀ ਜਿਹੜੇ ਆ, ਡੀਐਸਪੀ ਲੈਵਲ ਕੇਡਰ ਦੇ ਬੰਦੇ ਜਿਹੜੇ ਆਪਾਂ ਬਾਹਰ ਕੱਲੇ ਹੋਏ। ਤੁਸੀਂ ਦੇਖੋ ਕਿੰਨੀ ਮਾੜੀ ਗੱਲ ਹੈ ਪੰਜਾਬ ਵਾਸਤੇ। ਤਾਂ ਆਪਾਂ ਫਿਰਦੇ ਕਿੱਥੇ ਬਾਹਰ ਗਏ, ਕਿਹੜੀ ਜਗ੍ਹਾ ਤੇ? ਧਾਲੀਵਾਲ ਸਾਹਿਬ ਕਿਹੜੀ ਜਗ੍ਹਾ ਤੇ ਗਏ ਨੇ? ਤੁਸੀਂ ਦੇਖੋ ਮੁੱਖ ਮੰਤਰੀ ਜਿਹੜੇ ਖੁਦ ਗ੍ਰਹਿ ਮੰਤਰੀ ਹੈ, ਮੁੱਖ ਮੰਤਰੀ ਸਾਹਿਬ, ਉਹ ਮੈਨੂੰ ਦੱਸੋ ਵੀ ਕਿੰਨੇ ਜਿਹੜੇ ਜਿੱਦਾਂ ਦਾ ਸੰਧਵਾ ਸਾਹਿਬ ਨੇ ਕਿਹਾ ਕਿ ਭਾਈ ਆਹ ਟਾਈਮ ਬਾਉਂਡ ਆ, ਮੈਂ ਅਸਤੀਫਾ ਦੇਊਂਗਾ, ਉਦੋਂ ਦੇ ਕਿੱਥੇ ਪੰਜਾਬ 'ਚ ਰਹੇ ਆ? ਜਦੋਂ ਗ੍ਰਹਿ ਮੰਤਰੀ ਹੈ ਨਹੀਂ, ਉਹਦਾ ਡੀਜੀਪੀ ਕੀ ਕੰਮ ਕਰਦਾ? ਪੰਜਾਬ ਵੀ ਰਹੇ ਨੇ, ਨਹੀਂ ਐਸੀ ਨਹੀਂ ਗੱਲ। ਸਾਡੇ ਨਾਲ ਸਿਰਫ ਅਸੀਂ ਲੈ ਕੇ ਗਏ ਆ ਸਾਰੇ, ਸਿਰਫ 2 ਦਿਨ ਹੋਏ ਨੇ ਧਾਲੀਵਾਲ ਸਾਹਿਬ ਜਦੋਂ ਰੈਗੂਲਰ ਉਹ 5 ਦਿਨ ਵਾਸਤੇ ਗੁਜਰਾਤ ਆਏ। ਹੋਰ ਕੋਈ ਜਿਹੜਾ ਕਿਤੇ ਵੀ ਰੈਗੂਲਰ ਜਿਹੜੇ ਨੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਉਹ ਲਗਾਤਾਰ ਜਿਹੜਾ ਕਿਤੇ ਗੁਜਰਾਤ ਨਹੀਂ ਆਏ। ਇਹ ਠੀਕ ਹੈ, ਕਿਤੇ 2 ਘੰਟੇ ਵਾਸਤੇ ਕਿਤੇ ਆ ਗਏ ਜਾਂ ਕਿਵੇਂ ਆ, ਰੈਲੀ ਨੂੰ ਸੰਬੋਧਨ ਕਰਕੇ ਫਿਰ ਆਪਦਾ ਵਾਪਸ ਪੰਜਾਬ ਚਲੇ, ਇਸ ਤਰ੍ਹਾਂ ਹੁੰਦਾ ਰਿਹਾ। ਔਰ ਮੈਨੂੰ ਨਹੀਂ, ਵੇਖੋ ਤੁਸੀਂ ਕਹਿ ਦਿੱਤਾ ਹੈ ਤਾਂ ਡੇਲੀ ਸਾਨੂੰ ਉਹਦੀ ਸਮੀਖਿਆ ਪ੍ਰੈਸ ਨੂੰ ਦੇਣੀ ਚਾਹੀਦੀ ਸੀ, ਕਿਉਂਕਿ ਸਮਾਂ ਦੇਣਾ ਪੰਜਾਬ ਦੇ ਸਪੀਕਰ ਵੱਲੋਂ ਇਹ ਛੋਟੀ ਗੱਲ ਨਹੀਂ ਸੀ ਜੀ। ਧਾਲੀਵਾਲ ਜੀ, ਸੀਰੀਅਸਲੀ ਨਹੀਂ, ਤੁਹਾਡੇ ਦੋਨੋਂ ਦਾ ਵੀ ਪੁਆਇੰਟ ਕਿੰਨੀ ਗੰਭੀਰਤਾ, ਕਿੰਨੀ ਆਪਾਂ ਇਸ ਮੁੱਦੇ ਤੇ ਬਾਕੀ ਮਹਿਮਾਨਾਂ ਦੀ ਵੀ ਰਾਏ ਲੈਣੇ ਆ। ਮੈਂ ਆਵਾਂਗਾ ਵਾਪਸ ਤੁਹਾਡੇ ਵੱਲ। ਮੈਂ ਧਾਲੀਵਾਲ ਸਾਹਿਬ ਦੀ ਇੰਨੀ ਗੱਲ ਦਾ ਜ਼ਰੂਰ ਜਵਾਬ ਦੇਣਾ। ਵੇਖੋ, ਮੈਨੂੰ ਨਹੀਂ ਪਤਾ ਵੀ ਇਹ ਕਿਹੜੇ ਤਰਕ ਦੇ ਆਧਾਰ ਤੇ ਕਹਿ ਰਹੇ ਨੇ ਇਹ ਗੱਲ। ਮੈਂ 1000% ਇਹ ਭਰੋਸੇ ਨਾਲ ਕਹਿ ਰਿਹਾ, ਕਿਉਂਕਿ ਜੇ ਇਹਨਾਂ ਦਾ ਇਸ਼ਾਰਾ ਮੇਰੇ ਖਿਆਲ 'ਚ ਗੁਜਰਾਤ ਵੱਲ ਹੈ ਵੀ ਸ਼ਾਇਦ ਜਿਹੜੇ ਅਫਸਰ ਨੇ, ਐਸਐਚਓ ਨੇ, ਦੂਜੇ ਨੇ, ਪੁਲਿਸ ਹੈ, ਅਧਿਕਾਰੀ ਹੈ, ਸ਼ਾਇਦ ਉਹ ਕਿਤੇ ਗੁਜਰਾਤ ਵੱਲ ਚਲੇ ਗਏ ਹੋਣਗੇ ਪਿਛਲੇ। ਕਿਉਂਕਿ ਅਸੀਂ ਕਾਰਿਆਕਰਤਾ, ਮੈਂ ਕੋਈ ਵਜ਼ੀਰ ਨਹੀਂ, ਨਾ ਇਲੈਕਟਡ ਐਮਐਲਏ ਆ, ਔਰ ਕਾਰਿਆਕਰਤਾ ਹੋਣ ਕਰਕੇ ਮੇਰੇ ਕੋਲ ਇੱਕ ਵਿਧਾਨ ਸਭਾ ਬਤੌਰ ਲੋਕ ਸਭਾ ਪਟਿਆਲਾ ਦਾ ਅਧਿਕਸ਼ ਹੋਣ ਦੇ ਨਾਤੇ ਮੈਨੂੰ ਉੱਥੇ ਇੱਕ ਵਿਧਾਨ ਸਭਾ ਦਿੱਤੀ ਹੋਈ ਹੈ ਗੁਜਰਾਤ ਦੇ ਵਿੱਚ, ਔਰ ਮੇਰੇ ਕੋਲ ਤਾਂ ਕੋਈ ਅਧਿਕਾਰੀ ਨਹੀਂ ਹੈਗਾ ਇਸ ਤਰ੍ਹਾਂ ਦਾ। ਨਾਲ ਦੇ ਹਾਸਿਆਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਦੇ ਮਿਲੀ। ਸੰਧੂ ਸਾਹਿਬ, ਤੁਹਾਡਾ ਸਟੈਂਡ ਵੀ ਸਪਸ਼ਟ ਹੋ ਗਿਆ। ਕੋਈ ਐਸਾ ਕੋਈ ਵੀ ਅਧਿਕਾਰੀ, ਥੈਂਕ ਯੂ ਵੈਰੀ ਮਚ, ਤੁਹਾਡਾ ਸਟੈਂਡ ਸਪਸ਼ਟ ਹੋ ਗਿਆ ਸੰਧੂ ਸਾਹਿਬ। ਬਿਲਕੁਲ, ਮੁੱਖ ਮੰਤਰੀ ਸਾਹਿਬ
ਸਾਡੇ ਹਲਕੇ ਚ ਆ ਕੇ ਗਏ ਨੇ ਪਰਸੋਂ। ਫਿਰ ਉਹਦਾ ਮੁੱਖ ਪ੍ਰਬੰਧਕ ਮੈਂ ਖੁਦ ਸੀ। ਆ ਗਈ ਗੱਲ ਇਹ ਤੁਹਾਡੀ, ਆ ਗਈ ਕੋਈ ਗੱਲ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈਗੀ। ਸੰਧੂ ਸਾਹਿਬ ਆ ਗਈ ਗੱਲ। ਅਮਰਿੰਦਰ ਜੀ, ਇਸੇ ਮੁੱਦੇ ਦੇ ਉੱਤੇ ਤੁਸੀਂ ਗੁਰਤੇਜ ਨੂੰ ਵੀ ਸੁਣਿਆ, ਤੁਸੀਂ ਧਾਲੀਵਾਲ ਜੀ ਨੂੰ ਸੁਣਿਆ ਤੇ ਤੁਸੀਂ ਸਰਕਾਰ ਦਾ ਜਵਾਬ ਵੀ ਸੁਣਿਆ। ਜਾਣੀ ਸੰਧੂ ਸਾਹਿਬ ਕੀ ਕਹਿੰਦੇ ਇਸ ਮੁੱਦੇ ਤੇ, ਕਿਵੇਂ ਦੇਖਦੇ ਹੋ ਤੁਸੀਂ ਵੀ ਇਸ ਮੁੱਦੇ ਨਾਲ? ਬੜਾ ਵਾਹ ਵਾਸਤਾ ਰੱਖਦੇ ਹੋ, ਬੜਾ ਸੰਵੇਦਨਸ਼ੀਲ ਮੁੱਦਾ ਹੈ ਸਮੁੱਚੇ ਪੰਜਾਬੀਆਂ ਲਈ, ਸਿੱਖ ਭਾਈਚਾਰੇ ਲਈ। ਬਿਲਕੁਲ ਸਿੱਧੂ ਸਾਹਿਬ, ਮੈਂ ਸਭ ਤੋਂ ਪਹਿਲਾਂ ਜਿਹੜੀ ਗੱਲ ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਕਰਾਂਗਾ ਕਿ ਵੀ ਭਾਰਤੀ ਜਨਤਾ ਪਾਰਟੀ ਵਾਲੇ ਇਸ ਮੁੱਦੇ ਦੇ ਉੱਪਰ ਕਿਵੇਂ ਬੋਲ ਰਹੇ ਹੈ, ਜਦੋਂ ਕਿ ਤਫਤੀਸ਼ ਨੂੰ ਡੀਰੇਲ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਉਹਨਾਂ ਦਾ ਹੈਗਾ। ਜਦੋਂ ਪੰਜਾਬ ਪੁਲਿਸ ਸੁਨਾਰੀਆ ਜੇਲ੍ਹ ਗਈ ਹੈ ਕਿ ਅਸੀਂ ਇਹਦੇ ਨਾਲ ਪੁੱਛ ਪੜਤਾਲ ਕਰਨੀ ਹੈ ਰਾਮ ਰਹੀਮ ਦੇ ਨਾਲ, ਤੇ ਉੱਥੇ ਉਹਨੂੰ ਪੁੱਛ ਪੜਤਾਲ ਨਹੀਂ ਕਰਨ ਦਿੱਤੀ ਗਈ, ਤੇ ਉਦੋਂ ਇਹ ਮਤਲਬ ਕਹਿੰਦੇ ਸੀ ਜੀ ਨਾ ਨਿਆਂ 'ਚ ਅਸੀਂ ਦਖਲ ਨਹੀਂ ਕਰਾਂਗੇ, ਨਿਆਂ 'ਚ ਦਖਲ ਨਹੀਂ ਕਰਾਂਗੇ। ਇਹ ਬਹਾਨਾ ਜਿਹਾ ਲੈ ਕੇ ਇਹਨਾਂ ਨੇ ਉਹ ਜਿਹੜੀ ਹੈ ਡੀਰੇਲ ਕਰਤੀ ਹੈ, ਉਹਦੀ ਤਫਤੀਸ਼ ਹੈ। ਤੇ ਅੱਜ ਸਭ ਦੇ ਸਾਹਮਣੇ ਗੱਲ ਮਸਲਾ ਆ ਗਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਲੀ ਨੂੰ ਤੇ ਹਰਿਆਣੇ ਨੂੰ ਦੋਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਦੱਸੋ ਤਫਤੀਸ਼ ਕਿਉਂ ਨਹੀਂ ਤੁਸੀਂ ਕਰਨ ਦੇ ਰਹੇ ਰਾਮ ਰਹੀਮ ਦੀ। ਉਹਦੀ ਜਿਹੜੀ ਹੈ ਪੈਰੋਲ ਵੀ ਉਹਨੂੰ ਦਿੰਦੇ ਆ ਤੇ ਉਹਨੂੰ ਯੂਪੀ ਭਜਾ ਦਿੰਦੇ ਆ ਕਿ ਤੂੰ ਯੂਪੀ ਬਹਿ ਕੇ ਆਪਣੀ ਪੈਰੋਲ ਕੱਟ। ਸੋ ਇਦਾਂ ਦਾ ਵਤੀਰਾ ਤਾਂ ਭਾਰਤੀ ਜਨਤਾ ਪਾਰਟੀ ਦਾ ਹੈਗਾ। ਤੇ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਤੇ 8 ਮਹੀਨੇ ਇਹਨਾਂ ਨੂੰ ਹੋ ਗਏ ਆ ਤੇ 2015 ਦਾ ਵਾਕਿਆ ਹੈ, ਤੇ ਉੱਥੋਂ ਲਾਈਏ ਤੇ 8 ਸਾਲ ਉਸ ਮਸਲੇ ਨੂੰ ਹੋ ਗਏ ਆ। ਤੇ ਇਹ ਕਹਿ ਰਹੇ ਜੀ ਇਸ ਸਿੱਟ ਦੇ ਉੱਪਰ ਦਬਾਅ ਨਹੀਂ ਪਾਇਆ ਜਾ ਸਕਦਾ। ਜੇ ਸਿੱਟ ਤੇ ਦਬਾਅ ਨਹੀਂ ਪਾਇਆ ਜਾ ਸਕਦਾ ਤੇ ਇਹ ਆਸ਼ਵਾਸਨ ਪਬਲਿਕ ਨੂੰ ਕਿਉਂ ਦੇ ਰਹੇ ਹੈ ਕਿ ਅਸੀਂ ਨਿਆਂ ਦਾਂਗੇ? ਉਦੋਂ ਕਹਿਣਗੇ ਜੀ ਅਸੀਂ ਨਿਆਂ ਨਹੀਂ ਦਾਂਗੇ, ਅਸੀਂ ਸਿੱਟ ਤੇ ਦਬਾਅ ਨਹੀਂ ਪਾ ਸਕਦੇ। ਸੋ ਇਹ ਜਿਹੜਾ ਇੱਕ ਦੋਹਰਾ ਮਾਪਦੰਡ ਇਹਨਾਂ ਨੇ ਅਪਣਾਇਆ ਕਿ ਪਹਿਲਾਂ ਤਾਂ ਮਤਲਬ ਪਬਲਿਕ ਨੂੰ ਜਦੋਂ ਬੇਵਕੂਫ ਬਣਾਉਣ ਦੀ ਗੱਲ ਆਉਂਦੀ ਹੈ ਉਦੋਂ ਤਾਂ ਬੇਵਕੂਫ ਬਣਾ ਦਿੰਦੇ ਆ। ਤੇ ਕੈਪਟਨ ਸਾਹਿਬ ਨੇ ਵੀ ਗੁਟਕਾ ਸਾਹਿਬ ਚੱਕ ਲਿਆ। ਚਲੋ ਅਕਾਲੀਆਂ ਦਾ ਤਾਂ ਪਤਾ ਹੀ ਹੈ ਕਿ ਉਹਨਾਂ ਦੇ ਰਾਜ ਭਾਗ 'ਚ ਹੋਇਆ, ਤੇ ਇਹਨਾਂ ਨੇ ਵੀ ਕਹਿਤਾ ਕਿ ਇੱਕ ਵਾਰ ਕੇਜਰੀਵਾਲ ਸਰਕਾਰ ਕਿ ਸਾਨੂੰ ਵੀ ਇੱਕ ਮੌਕਾ ਦਿਓ। ਤੇ ਜਿਹੜਾ ਬੰਦਾ ਇਹਨਾਂ ਦਾ ਮੇਨ ਫੇਸ ਸੀਗਾ ਸਾਰੀ ਜੱਦੋ ਜਹਿਦ ਦਾ, ਕੁੰਵਰ ਵਿਜੇ ਪ੍ਰਤਾਪ, ਉਹਨੂੰ ਇਹਨਾਂ ਨੇ ਜਿੱਤਦੇ ਹੀ ਨੁਕਰੇ ਲਾਤਾ। ਤੇ ਉਹ ਅੱਜ ਮਤਲਬ ਕਹਿ ਰਿਹਾ ਕਿ ਇਹਨਾਂ ਨੇ ਵੀ ਨਿਆਂ ਨਹੀਂ ਦੇਣਾ। ਉਹ ਬੰਦਾ ਜਿਹੜਾ ਸੱਚ ਬੋਲ ਰਿਹਾ ਅੱਜ ਵੀ ਕਿ ਇਹਨਾਂ ਨੇ ਨਿਆਂ ਨਹੀਂ ਦੇਣਾ, ਤੇ ਉਹ ਗੱਲ ਸਾਡੇ ਸਾਹਮਣੇ ਆ ਗਈ ਹੈ। ਤੇ ਦੂਸਰੀ ਗੱਲ ਜਿਹੜੀ ਆਪਣਾ ਬੀਜੇਪੀ ਵਾਲੇ ਕਹਿ ਰਹੇ ਆ ਕਿ ਸੰਧਵਾ ਸਾਹਿਬ ਜਿਹੜੇ ਹੈਗੇ ਆ ਉਹ ਇਮੋਸ਼ਨਲੀ ਕਹਿ ਗਏ ਕਿ ਉਹ ਬੜੇ ਇਮੋਸ਼ਨਲ ਹੈ, ਇਸ ਕਰਕੇ ਉਹਨਾਂ ਨੇ 45 ਦਿਨ ਕਹਿ ਦਿੱਤਾ ਕਿ ਮੈਂ 45 ਦਿਨ ਬਾਅਦ ਅਸਤੀਫਾ ਦੇ ਦਾਂਗਾ। ਮੇਰਾ ਇਹ ਮੰਨਣਾ ਹੈ ਕਿ ਕੋਈ ਇਮੋਸ਼ਨਲ ਨਹੀਂ ਹੈ, ਉਹ ਸਾਰੀ ਗਿਣੀ ਮਿੱਥੀ ਇੱਕ ਉਹਨਾਂ ਦੀ ਕੈਲਕੂਲੇਸ਼ਨ ਹੈ। ਤੇ ਜਦੋਂ ਤੱਕ ਗੁਜਰਾਤ ਦਾ ਜਿਹੜਾ ਰਿਜ਼ਲਟ ਨਹੀਂ ਆਏਗਾ ਉਦੋਂ ਤੱਕ ਉਹ ਬੋਲਣਗੇ ਵੀ ਨਹੀਂ। ਉਹ ਪਬਲਿਕ ਤੋਂ ਦੂਰ ਹੀ ਰਹਿਣਗੇ, ਮੀਡੀਆ ਤੋਂ ਦੂਰ ਹੀ ਰਹਿਣਗੇ। ਉਹ ਰਿਜ਼ਲਟ ਨੂੰ ਦੇਖ ਕੇ ਉਸ ਤੋਂ ਬਾਅਦ ਆਪਣਾ ਫੈਸਲਾ ਕਰਨਗੇ। ਇਹ ਆਪਾਂ ਆਉਣ ਵਾਲੇ 3-4 ਦਿਨਾਂ 'ਚ ਦੇਖਾਂਗੇ ਕਿ ਉਹ ਬਿਲਕੁਲ ਆਪਣੀ ਜਿਹੜੇ ਪੱਤੇ ਦਬਾ ਕੇ ਰੱਖਣਗੇ। ਤੇ ਉਹਨਾਂ ਨੇ ਉਸ ਕੈਲਕੂਲੇਸ਼ਨ ਦੇ ਹਿਸਾਬ ਨਾਲ 45 ਦਿਨ ਦਿੱਤੇ ਸੀ, ਕਿਉਂਕਿ ਉਦੋਂ ਡੇਟਾਂ ਜੇ ਅਨਾਊਂਸ ਨਹੀਂ ਸੀ ਹੋਈਆਂ, ਤੇ ਉਹ ਡੇਟਾਂ 1-2 ਅੱਗੇ ਪਿੱਛੇ ਹੋ ਜਾਂਦੀਆਂ ਤੇ ਉਹਨਾਂ ਦਾ ਟਾਈਮ ਥੋੜਾ ਜਿਹਾ ਅੱਗੇ ਲੰਘ ਗਿਆ। ਵੈਸੇ ਉਹਨਾਂ ਨੇ ਹੁਣ ਤੱਕ ਦਾ ਜਿਹੜਾ ਮਤਲਬ ਕੈਲਕੂਲੇਸ਼ਨ ਕੀਤੀ ਸੀ ਉਹ ਸੋਚ ਸਮਝ ਕੇ ਕੀਤੀ ਸੀ। ਸੋ ਇਹ ਰਿਜ਼ਲਟ ਜਦੋਂ ਆਏਗਾ ਉਸ ਰਿਜ਼ਲਟ ਨੂੰ ਦੇਖ ਕੇ ਉਹ ਆਪਣਾ ਅਗਲਾ ਜਿਹੜਾ ਸਟੈਪ ਹੈ ਉਹ ਲੈਣਗੇ। ਆ ਗਈ ਤੁਹਾਡੀ ਗੱਲ। ਇੱਕ ਗੱਲ ਹੋਰ ਇੱਕ ਗੱਲ ਇਹਨਾਂ ਨੇ ਕਿਹਾ ਕਿ ਜੀ 1984 ਦਾ ਜੀ ਨਰਿੰਦਰ ਭਾਈ ਮੋਦੀ ਨੇ ਇਨਸਾਫ ਦੇ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਨਸਾਫ ਕੰਪਲੀਟ ਹੋ ਗਿਆ ਇਹਨਾਂ ਦੇ ਹਿਸਾਬ ਨਾਲ, ਇਹਨਾਂ ਨੂੰ ਮੈਂ ਪੁੱਛਣਾ ਚਾਹਾਂਗਾ। ਔਰ ਦੂਸਰੀ ਗੱਲ ਇਹ ਹੈ ਕਿ ਬਈ ਉਹਦੇ ਵਿੱਚ ਬਹੁਤ ਸਾਰੀ FIRਾਂ RSS ਦੇ ਖਿਲਾਫ ਵੀ ਹੈਗੀਆਂ, BJP ਦੇ ਕਾਰਕੁਨਾਂ ਦੇ ਖਿਲਾਫ ਵੀ ਹੈਗੀਆਂ। ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਇੱਕ ਦਾ ਮਰਡਰ ਨਹੀਂ ਹੋਇਆ, ਹਜ਼ਾਰਾਂ ਦੇ ਹਿਸਾਬ ਨਾਲ ਮਰਡਰ ਹੋਏ ਆ। ਤੇ ਇੱਕ ਸੱਜਣ ਕੁਮਾਰ ਫੜ ਲਿਆ, ਕਮਲਨਾਥ ਅਜੇ ਵੀ ਬਾਹਰ ਘੁੰਮ ਰਿਹਾ, ਟਾਈਟਲਰ ਅਜੇ ਵੀ ਬਾਹਰ ਘੁੰਮ ਰਿਹਾ, ਤੇ ਹੋਰ ਬਹੁਤ ਸਾਰੇ ਲੋਕ ਬਾਹਰ ਘੁੰਮ ਰਹੇ ਆ। ਇਹਨਾਂ ਦੇ RSS ਦੇ ਬੰਦਿਆਂ ਦੇ ਖਿਲਾਫ ਵੀ FIRਾਂ ਹੈਗੀਆਂ, ਉਹ ਵੀ ਬਾਹਰ ਘੁੰਮ ਰਹੇ ਆ। ਤੇ ਇੱਕ ਮਤਲਬ ਆਪਣਾ ਦਿੱਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਸੱਜਣ ਕੁਮਾਰ ਨੂੰ ਠਿੱਬੀ ਲਾਉਣ ਲਈ ਇਹਨਾਂ ਨੇ ਉਸ ਨੂੰ ਫੜ ਕੇ ਅੰਦਰ ਕਰਤਾ ਤੇ ਉਹਦੇ ਨਾਲ ਕਹਿਤਾ ਕਿ ਜੀ ਨਿਆਂ ਮਿਲ ਗਿਆ। ਜਵਾਬ ਲੈ ਲਈਏ। ਧਾਲੀਵਾਲ ਜੀ, ਇਸ ਮਾਮਲੇ ਤੇ ਪਹਿਲਾ ਸਵਾਲ ਤੁਹਾਡੇ ਕੋਲ ਬਣਦਾ ਹੈ। ਭਾਜਪਾ ਦੇ ਉੱਤੇ ਜਿਸ ਤਰੀਕੇ ਨਾਲ ਪੈਰੋਲ ਨੂੰ ਲੈ ਕੇ, ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਅਮਰਿੰਦਰ ਜੀ ਨੇ ਸਵਾਲ ਉਠਾਇਆ ਕਿ ਤਫਤੀਸ਼ ਕਿਸ ਤਰੀਕੇ ਨਾਲ ਡਿਲੇ ਕੀਤੀ ਗਈ ਹੈ, ਲੀਹ ਤੋਂ ਲਾਹੀ ਗਈ ਹੈ, ਇੱਕ ਸਵਾਲ। ਦੂਜਾ ਉਹ ਕਹਿੰਦੇ ਕੋਈ ਐਸੀ ਗੱਲ ਨਹੀਂ, ਜੇ ਆਪਾਂ 1984 ਦੇ ਕਤਲੇਆਮ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਭਾਜਪਾ ਜਾਂ RSS ਦੇ ਨੁਮਾਇੰਦੇ ਜਾਂ ਵਰਕਰ ਜਾਂ ਉਹਨਾਂ ਦੇ ਹਮਾਇਤੀ ਵੀ ਉਸ ਮੰਦਭਾਗੀ ਘਟਨਾ 'ਚ ਗੈਰ ਮਾਨਵੀ ਕਾਰਜ 'ਚ ਸ਼ਾਮਲ ਰਹੇ ਹੈ। ਧਾਲੀਵਾਲ ਜੀ, ਦੇਖੋ ਮੈਂ ਦੋ ਸਾਡੇ ਤੇ ਵੱਡੇ ਇਲਜ਼ਾਮ ਲਾਏ ਆ ਸਰਦਾਰ ਅਮਰਿੰਦਰ ਸਿੰਘ ਨੇ, ਮੈਂ ਦੋਵਾਂ ਦੀ ਗੱਲ ਕਰਨੀ ਚਾਹਣਾ ਜੀ। ਪਹਿਲੀ ਗੱਲ ਤਾਂ ਜਿਹੜੀ ਇਹਨਾਂ ਨੇ ਇਹ ਗੱਲ ਕਹੀ ਆ ਪੇਰੋਲ ਦੀ ਗੱਲ, ਉਹ ਡੇਰਾ ਮੁਖੀ ਤੇ ਕਹੇ ਆ, ਮੈਂ ਤਾਂ ਇਹਨਾਂ ਨੂੰ ਦੱਸ ਦੇਣਾ ਚਾਹਣਾ, ਮੈਨੂੰ ਨਹੀਂ ਪਤਾ ਜਿਹੜੀ ਇਹਨਾਂ ਨੇ ਗੱਲ ਕਹੀ ਆ ਉਹਦੇ ਕੀ ਅਥੈਂਟਿਕ ਤੱਥ ਹੈਗੇ ਆ, ਪਰ ਅਥੈਂਟਿਕਲੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੇ 3 ਵਾਰੀ ਚਿੱਠੀਆਂ ਕੱਢੀਆਂ ਜਿਹੜੀਆਂ ਇਸ ਮੁੱਦੇ ਤੇ, ਔਰ ਉਹ ਸਾਰੇ ਰਿਕਾਰਡ ਤੇ ਆ, ਪ੍ਰੈਸ ਦੇ ਕੋਲੇ ਆ ਕਿ ਭਾਈ ਜੇ ਤੁਸੀਂ ਕੋਈ ਉਹਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਡੇਰਾ ਮੁਖੀ ਦੇ ਨਾਲ, ਇਹ ਖਾਸ ਤੌਰ ਤੇ ਜਿਹੜਾ ਬੇਅਦਬੀ ਮਸਲੇ ਤੇ ਜਾਂ ਬਰਗਾੜੀ ਕਾਂਡ ਤੇ, ਸਾਨੂੰ ਜਦੋਂ ਮਰਜ਼ੀ ਆਓ, ਸਾਡੇ ਦਰਵਾਜ਼ੇ ਖੁੱਲੇ ਆ। ਤਾਂ ਪੰਜਾਬ ਸਰਕਾਰ ਉੱਥੇ ਨਹੀਂ ਬੋੜੀ। ਇਹ ਕਾਂਗਰਸ ਦੀ ਗੱਲ ਹੈ, ਕਾਂਗਰਸ ਵੇਲੇ ਦੀ ਗੱਲ ਹੈ।
ਔਰ ਬਕਾਇਦਾ ਚਿੱਠੀਆਂ ਲਿਖ ਕੇ ਆਈਆਂ। ਕੋਈ ਇਹ ਨਹੀਂ ਵੀ ਕੋਈ ਮੂੰਹ ਜ਼ਬਾਨੀ ਕਿਸੇ ਨੇ ਕਹਿਤਾ। ਤਾਲੀਵਾਲ ਜੀ, ਮੈਂ ਥੋੜਾ ਦੇਖੋ ਕਰੈਕਟ ਕਰ ਦਿਆਂ। ਤਾਲੀਵਾਲ ਜੀ ਤੁਸੀਂ ਜਵਾਬ ਦੇ ਰਹੇ ਹੋ, ਮੈਂ ਥੋੜਾ ਕਰੈਕਟ ਕਰ ਦਿਆਂ ਕਿ ਮੀਡੀਆ ਦੇ ਜ਼ਿੰਮੇਵਾਰ ਜਿਹੜੇ ਹਿੱਸੇ ਹੈਗੇ ਆ ਉਹਨਾਂ 'ਚ ਇਹ ਖਬਰਾਂ ਆਈਆਂ ਕਿ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਜਾਂ ਪੰਜਾਬ ਦੇ ਹਵਾਲੇ ਕਿਵੇਂ ਕੀਤਾ ਜਾਣਾ ਉਸ ਮੁੱਦੇ ਨੂੰ ਲੈ ਕੇ ਕੇਂਦਰ ਤੇ CBI ਤੋਂ ਸਵਾਲ ਪੁੱਛੇ ਹੈ ਔਰ ਅਗਲੀ ਸੁਣਵਾਈ ਉਹਨਾਂ ਨੇ 10 ਜਨਵਰੀ 2023 ਵੀ ਰੱਖੀ ਹੈ ਇਸੇ ਸਵਾਲ ਦੇ ਉੱਤੇ। ਅਥੈਂਟਿਕ ਇਸ਼ੂ ਹੈ ਇਹ। ਦੇਖੋ, ਜਿਹੜੀ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹੁਣ ਕੁਐਸਚਨ ਕੀਤਾ, ਉਹਦੇ ਤੇ ਜਿਹੜਾ CBI ਦੀ ਅਦਾਲਤ ਨੇ ਜਵਾਬ ਦੇਣਾ ਹੈ। ਤੋ CBI ਆਪੇ ਉਹਦੇ ਤੇ ਜਵਾਬ ਦੇ ਕਿ ਮੈਂ ਕਿਉਂਕਿ ਕੇਂਦਰ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਉਸਤੇ ਕੋਈ ਜਵਾਬ ਨਹੀਂ ਹਜੇ ਦੱਸ ਸਕਦਾ। ਇਹ ਅਦਾਲਤ ਦਾ ਮੈਟਰ ਹੈ ਉਹਨੂੰ। ਪਰ ਪਹਿਲਾਂ ਜਿਹੜਾ ਹਰਿਆਣਾ ਸਰਕਾਰ ਦੀ ਜੇਲ੍ਹ ਕਸਟਡੀ ਦੀਆਂ ਚਿੱਠੀਆਂ ਉਹ ਮੈਂ ਸਰਦਾਰ ਅਮਰਿੰਦਰ ਸਿੰਘ ਨੂੰ ਦੱਸਦਾ, ਉੱਥੇ ਸਾਡੀ BJP ਦੀ ਸਰਕਾਰ ਹੈ। ਬਿਲਕੁਲ। ਦੂਜੀ ਗੱਲ ਇਹਨਾਂ ਨੇ ਕਿਹਾ 84 ਦੇ ਮੁੱਦੇ ਤੇ ਨਹੀਂ, ਇੱਕ ਮਿੰਟ ਇਹਦੇ ਥੋੜਾ ਐਡ ਕਰ ਦਿਓ। ਇੱਕ ਮਿੰਟ ਇਹਦੇ ਚ ਐਡ ਕਰ ਦਿਓ ਕਿ ਸੁਨਾਰੀਆ ਜੇਲ੍ਹ DIG ਪੰਜਾਬ ਪੁਲਿਸ ਦੇ ਪਹੁੰਚੇ, ਉਹਨਾਂ ਦੀ ਤਫਤੀਸ਼ ਕਰਨ ਤੇ ਤਫਤੀਸ਼ ਨਹੀਂ ਕਰਨ ਦਿੱਤੀ ਗਈ, ਬਰੰਗ ਮੋੜੇ ਗਏ ਆ। ਇਹ ਵੀ ਔਨ ਰਿਕਾਰਡ ਹੈਗਾ ਸਭ ਕੁਝ। ਜਿਹੜੀ ਤੁਸੀਂ ਕਹਿ ਰਹੇ ਹੋ ਉਹਨੂੰ ਤਫਤੀਸ਼ ਨਹੀਂ ਕਰ ਦਿੱਤੀ, ਉਹ ਵੀਡੀਓ ਰਿਕਾਰਡਿੰਗ ਤੇ ਕੋਟਕਪੂਰੇ ਵੀ ਜਿਹੜਾ ਹੈਗਾ ਉਹਨੇ ਆਪਣੇ ਬਿਆਨ ਦੇ ਚੁੱਕਿਆ। ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਔਰ ਉਹ ਜਿਹੜੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਵੀ ਉਹਦਾ ਬਿਆਨ ਦਰਜ ਹੋ ਚੁੱਕਿਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਉਹ ਬਿਨਾਂ ਤਾਲਮੇਲ ਤੋਂ ਕਿਵੇਂ ਦਰਜ ਹੋ ਗਿਆ? ਔਰ ਦੂਜੀ ਗੱਲ, ਉਹ ਤੋਂ ਪਹਿਲਾਂ ਜਿਹੜੀਆਂ ਚਿੱਠੀਆਂ ਮੈਂ ਤੁਹਾਨੂੰ ਦੱਸੀਆਂ ਹੈ ਉਹਦੇ 'ਚ ਹੀ ਮਨਸ਼ਾ ਸਾਡੀ ਤਾਂ ਕਲੀਅਰ ਸੀ ਕਿ ਜੇ ਉਹਨੂੰ ਬਰਗਾੜੀ ਕਾਂਡ 'ਚ ਕਿਤੇ ਵੀ ਡੇਰਾ ਮੁਖੀ ਲੋੜੀਂਦਾ ਹੈ ਤਾਂ ਭਾਜਪਾ ਸਰਕਾਰ ਤਾਂ ਦੋ ਹੀ ਹੱਥੀ ਸੌਂਪਣ ਨੂੰ ਤਿਆਰ ਸੀ। ਪੰਜਾਬ ਸਰਕਾਰ ਨੇ ਨਹੀਂ ਉਸ ਵੇਲੇ ਕੋਈ ਸਟੈਪ ਚੱਕਿਆ। ਔਰ 84 ਦੇ ਗੱਲ ਜਿਹੜੀ ਤੁਸੀਂ ਕੀਤੀ ਹੈ, ਤੁਸੀਂ ਇਹ ਹਿਸਾਬ ਲਾ ਲਓ ਅੱਜ ਕਿੰਨੇ ਸਾਲ ਹੋ ਗਏ। ਅਸੀਂ ਤਾਂ 2014 ਚ ਸੈਂਟਰ ਚ ਆਏ ਆ ਔਰ ਅਸੀਂ ਕਾਰਵਾਈ ਆਰੰਭੀ ਹੈ। ਤੁਸੀਂ ਮਿਊਨਿਸਪਲ ਚੋਣਾਂ ਦਾ ਹਵਾਲਾ ਦੇਤਾ। ਮਿਊਨਿਸਪਲ ਚੋਣਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ, ਹੁਣ ਵੀ ਹੈਗੀਆਂ। ਸੱਜਣ ਕੁਮਾਰ ਕਿੱਤੇ ਦਾ ਅੰਦਰ ਹੈ, ਉਹ ਮਿਊਨਿਸਪਲ ਚੋਣਾਂ ਦਾ ਕੋਈ ਰੌਲਾ ਨਹੀਂ ਹੈਗਾ ਉਹਦੇ ਵਿੱਚ। ਔਰ ਜਿਹੜੀਆਂ ਪੈਨਸ਼ਨਾਂ ਲਾਈਆਂ ਉਹ ਵੀ ਸਾਰੀਆਂ, ਜਿਹੜੀ ਕਾਲੀ ਸੂਚੀ ਖਤਮ ਕੀਤੀ, 84 ਦੇ ਜ਼ਖਮਾਂ ਤੇ ਜੇ ਮੱਲਮ ਲਾਉਣ ਦਾ ਕੰਮ ਕੀਤਾ ਨਰਿੰਦਰ ਭਾਈ ਮੋਦੀ ਨੇ ਕੀਤਾ। ਹੁਣ ਜਿਹੜੀ ਤੁਸੀਂ ਗੱਲ ਰੱਖਦੀ ਕਿ RSS ਤੇ BJP ਦੇ ਬੰਦਿਆਂ ਦੇ ਉੱਤੇ ਜਿਹੜੇ ਹੈਗੇ ਪਰਚੇ, ਮੈਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਦਰਸ਼ਕਾਂ ਨੂੰ ਕਹਿ ਸਕਦਾ ਹੈ ਕਿਉਂਕਿ RSS ਦੇ ਤਾਂ ਬਕਾਇਦਾ ਕੈਂਪ ਲੱਗੇ ਉਸ ਵੇਲੇ, ਰਾਹਤ ਕੈਂਪ। ਔਰ ਅੱਜ ਵੀ ਮੈਂ ਹੁਣੇ ਦਿੱਲੀੋਂ ਹੀ ਆਇਆ, ਜਿਹੜੇ ਨਗਰ ਨਿਗਮ ਦੇ ਸਾਰੇ ਇਲੈਕਸ਼ਨ ਹੋਏ ਆ, ਸਾਰੇ ਸਿੱਖ ਵਾਰਡਾਂ, ਤਿਲਕ ਨਗਰ ਚ ਦੂਜੇ ਥਾਵਾਂ ਤੇ ਮੇਰੀ ਡਿਊਟੀ ਸੀ, ਮੈਂ ਉੱਥੋਂ ਹੋ ਕੇ ਆਇਆ ਔਰ ਸਾਰੇ ਬੰਦਿਆਂ ਨੇ ਤਾਇਦ ਕੀਤੀ ਹੈ ਗੱਲ। ਚਲੋ ਤੁਹਾਡਾ ਵੀ ਆ ਗਿਆ, ਜਵਾਬ ਆ ਗਿਆ ਤਾਲੀਵਾਲ ਜੀ ਤੁਹਾਡਾ। ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੀ ਮਦਦ ਕੀਤੀ ਜੀ। ਤਾਲੀਵਾਲ ਜੀ ਤੁਸੀਂ ਸਪਸ਼ਟ ਕਰਤਾ ਆਪਣਾ ਵਿਊ ਪੁਆਇੰਟ। ਸੱਚੀ ਜੇ ਕਟਾਈ ਵੀ ਹੈ, ਨਹੀਂ ਮੈਨੂੰ ਪੂਰੀ ਕਰ ਦਿਓ। ਮੈਂ ਸਰਦਾਰ ਅੰਗਰੇਜ਼ ਸਿੰਘ ਨੂੰ ਕਹਿਣਾ ਹੈ ਇਹ ਗੱਲ ਦਾ ਵੀ ਨਤਾਰਾ ਕਰ ਹੀ ਦਈਏ। ਜੇ ਤੁਹਾਡੇ ਕੋਲੇ ਕੋਈ FIR ਝੂਠੀ ਸੱਚੀ ਹੈਗੀ ਵੀ ਆ ਤਾਂ ਮੈਨੂੰ ਲਿਆ ਕੇ ਦਿਓ। ਬਿਲਕੁਲ ਦਾਂਗੇ, ਬਿਲਕੁਲ ਦਾਂਗੇ, ਬਿਲਕੁਲ ਦਾਂਗੇ। ਇਹਨਾਂ ਮੁੱਦਿਆਂ ਤੇ ਅਗਲੀ ਵਾਰੀ ਬਿਲਕੁਲ ਦਾਂਗੇ। ਤੇ ਹੁਣ ਤੁਸੀਂ ਇਹ ਮਤਲਬ ਔਨ ਰਿਕਾਰਡ ਕਹਿ ਰਹੇ ਹੋ ਵੀ ਤੁਹਾਡੇ ਵੱਲੋਂ ਨਿਆਂ ਪੂਰਾ ਹੋ ਚੁੱਕਿਆ ਤੇ ਅੱਗੇ ਕਰਨ ਨੂੰ ਕੁਝ ਨਹੀਂ ਹੈ 84 ਚ, ਇਹਦਾ ਵੀ ਤੁਸੀਂ ਆਸ਼ਵਾਸਨ ਦਿੰਦੇ? ਨਹੀਂ, ਮੈਂ ਇਹ ਗੱਲ ਬਿਲਕੁਲ ਨਹੀਂ ਕਹੀ। ਮੈਂ ਕਿਹਾ ਵੀ ਜਿੰਨਾ ਉਹਨਾਂ ਨੇ ਕੰਮ ਕੀਤਾ ਕਿਸੇ ਨੇ ਨਹੀਂ ਕੀਤਾ ਔਰ ਨਿਆਂ ਚੱਲ, ਔਰ ਕੋਈ ਤੁਹਾਡੇ ਹਿਸਾਬ ਨਾਲ ਬਹੁਤ ਕਰਤਾ, ਮਤਲਬ ਅਜੇ ਕੰਪਲੀਟ ਨਹੀਂ ਹੈ, ਬਚੂਗਾ ਨਹੀਂ। ਦੇਖੋ ਐਡਾ ਲੰਮਾ ਕੰਮ ਸੀ, ਜਿਹੜੇ ਉਹਨਾਂ ਨੇ ਸਾਰੇ ਸਬੂਤ ਮਟਾਰੇ ਸੀ। ਕੁਝ ਬੰਦੇ ਜਿਹੜੇ ਸਬੂਤ ਸੀ ਉਹ ਵਿਚਾਰੇ ਪੂਰੇ ਹੋ ਚੁੱਕੇ ਸੀ ਇਨਸਾਫ ਲੈਣ ਦੀ ਆਸ 'ਚ, ਫਿਰ ਵੀ ਜਿਹੜਾ ਹੈਗਾ ਬੰਦੇ ਫੜ ਕੇ ਕਲਪਰੇਟ ਅੰਦਰ ਕੀਤੇ। ਜੇ ਸਾਡੀ ਮਨਸ਼ਾ ਪੂਰੀ ਸੀ ਔਰ ਅਸੀਂ ਪੂਰਾ ਦੇਣਾ ਚਾਹੁੰਦੇ ਇਨਸਾਫ ਉਹਦੇ ਵਿੱਚ। ਆ ਗਈ ਗੱਲ ਤੁਹਾਡੀ ਤਾਲੀਵਾਲ ਜੀ, ਆ ਗਈ ਗੱਲ। ਤਾਲੀਵਾਲ ਜੀ ਆ ਗਿਆ ਤੁਹਾਡਾ ਵਿਊਪੁਆਇੰਟ। ਸਰ ਗੁਰਤੇਜ ਸਿੰਘ ਜੀ, ਤੁਸੀਂ ਦੋਨਾਂ ਜਿਹੜੀਆਂ ਸਰਕਾਰਾਂ ਚਾਹੇ ਕੇਂਦਰ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਸੰਧੂ ਸਾਹਿਬ ਔਰ ਤਾਲੀਵਾਲ ਜੀ ਦੇ ਕਮੈਂਟ ਸੁਣੇ ਆ। ਆਪਣੀ ਆਪਣੀ ਜਗ੍ਹਾ ਤੇ ਦੋਨੇ ਕਹਿ ਰਹੇ ਆ ਕਿ ਨਿਆਂ ਤੇ ਇਨਸਾਫ ਦੀ ਗੱਲ। ਕੇਂਦਰ ਵਾਲੇ ਕਹਿੰਦੇ ਕਿ ਸਾਡੀ ਕੋਈ ਇਸ ਮਾਮਲੇ 'ਚ ਕੋਈ ਆਨਾਕਾਨੀ ਨਹੀਂ ਹੈ। ਚਾਹੇ ਡੇਰਾ ਮੁਖੀ ਦੀ ਗੱਲ ਕਰ ਲਈਏ, ਚਾਹੇ ਜਿਹੜਾ ਬਾਈਬਲ ਕਲਾਂ ਤੇ ਨਿਆਂ ਤੇ ਇਨਸਾਫ ਦੀ ਗੱਲ ਕਰ ਲਈਏ। ਇੱਦਾਂ ਹੀ ਜਿਹੜਾ ਸੰਧੂ ਸਾਹਿਬ ਦਾ ਕਹਿਣਾ ਕਿ ਪਿਛਲੀਆਂ ਕੜੀਆਂ ਇੰਨੀਆਂ ਉਲਝੀਆਂ ਵੀਆਂ, ਉਹਨਾਂ ਨੂੰ ਸੁਲਝਾਉਣ ਦੇ ਲਈ ਸਮਾਂ ਚਾਹੀਦਾ ਸੀ, ਪਰ ਇਸ ਗੱਲ ਤੇ ਕਾਇਮ ਹੈ ਕਿ ਨਿਆਂ ਤੇ ਇਨਸਾਫ ਮਿਲੇਗਾ। ਕਿਵੇਂ ਦੇਖਦੇ ਹੋ ਇਹਨਾਂ ਮੁੱਦਿਆਂ ਦੀ ਜਿਹੜੀ ਭਰੋਸੇਯੋਗਤਾ ਦੀ ਗੱਲ ਜਦੋਂ ਸਵਾਲ ਉੱਠਦੇ ਆ? ਗੁਰਤੇਜ ਜੀ ਦੇਖੋ ਜੀ, ਅਸੀਂ ਤਾਂ ਭਰੋਸੇ ਦੀ ਅਰਦਾਸ ਕਰਦੇ ਹਾਂ ਰੋਜ਼ ਦੋ ਵੇਲੇ ਕਿ ਸਾਨੂੰ ਭਰੋਸਾ ਦਾਨ ਦੇਵੇ ਵਾਹਿਗੁਰੂ। ਔਰ ਭਰੋਸਾ ਅਸੀਂ ਹਰ ਕਿਸਮ ਦੇ ਲੋਕਾਂ ਦੇ ਉੱਤੇ ਕੀਤਾ ਹੈ। ਲੇਕਿਨ 1947 ਤੋਂ ਬਾਅਦ ਸਾਡਾ ਭਰੋਸਾ ਕਦੇ ਵੀ ਸਾਰਥਕ ਨਹੀਂ ਹੋਇਆ। ਕਦੇ ਵੀ ਉਸ ਨੂੰ ਸਾਡੇ ਹੱਕ ਦੇ ਵਿੱਚ, ਨਿਆਂ ਦੇ ਹੱਕ ਦੇ ਵਿੱਚ ਨਹੀਂ ਭੁਗਤਣ ਦਿੱਤਾ ਗਿਆ। ਹੁਣ ਇਹ ਕਹਿ ਰਹੇ ਨੇ ਕਿ ਜੀ ਅਸੀਂ RSS ਦੇ ਜਿਹੜੇ ਸਾਰੇ ਭਾਜਪਾ ਦੇ ਸੀਗੇ ਲੋਕ ਉਹ ਬੜੀ ਮਦਦ ਕਰ ਰਹੇ ਸੀ, ਤਾਂ ਫਿਰ ਸਿੱਖਾਂ ਨੂੰ ਮਾਰਿਆ ਕੀ ਨਹੀਂ ਹੈ? ਇਸ ਗੱਲ ਦੀ ਸਮਝ ਨਹੀਂ ਆਉਂਦੀ। ਕਿਉਂਕਿ ਉਸ ਤੋਂ ਬਾਅਦ ਜਿਹੜਾ ਜਾਰਜ ਫਰਨਾਂਡਿਸ ਸੀ, ਉਸ ਨੇ ਇਹਨਾਂ ਦੇ ਇੱਕ RSS ਦੇ ਜਿਹੜੇ ਇੱਕ ਨੀਤੀ ਘਾੜੇ ਹਨਗੇ
ਉਹਨਾਂ ਦੀ ਚਿੱਠੀ ਛਾਪੀ ਸੀ ਆਪਣੇ ਅਖਬਾਰ ਦੇ ਵਿੱਚ, ਜਿਹੜੀ ਕਿ ਅਜੇ ਵੀ ਅਵੇਲੇਬਲ ਹੈ। ਔਰ ਉਸ ਦੇ ਵਿੱਚ ਉਸਨੇ ਕਿਹਾ ਸੀਗਾ ਕਿ ਸਿੱਖਾਂ ਨਾਲ ਜੋ ਵੀ ਕੁਝ ਹੋਇਆ ਹੈ, ਜਿੱਥੇ ਵੀ ਇਹ ਕਤਲੇਆਮ ਦਿੱਲੀ ਦੇ ਵਿੱਚ ਤੇ ਹੋਰ ਸਾਰੀ ਜਗ੍ਹਾ, ਇਹ ਠੀਕ ਹੋਇਆ ਹੈ। ਇਹਨਾਂ ਲੋਕਾਂ ਨੂੰ ਹੁਣ ਮੰਨ ਲੈਣਾ ਚਾਹੀਦਾ ਵੀ ਇਹ ਸਿੱਧੇ ਰਾਹ ਤੇ ਆ ਜਾਣਾ ਚਾਹੀਦਾ ਹੈ। ਇਹੋ ਜਿਹੀਆਂ ਗੱਲਾਂ ਇਹਨਾਂ ਨੇ ਕਹੀਆਂ ਸਨ, ਜਿਹੜੀਆਂ ਕਿ ਨਿਆਂਕਾਰੀ ਨਹੀਂ। ਔਰ ਇਸ ਆਦਮੀ ਨੂੰ ਇਹਨਾਂ ਨੇ ਕੋਈ ਉਹ ਭਾਰਤ ਰਤਨ ਜਾਂ ਕੋਈ ਇਸ ਤਰ੍ਹਾਂ ਦੀ ਉਪਾਧੀ ਵੀ ਹੁਣ ਪਿਛਲੇ ਸਮਿਆਂ ਦੇ ਵਿੱਚ ਦਿੱਤੀ ਹੈ। ਜੇ ਇਹੋ ਜਿਹੀ ਇਹਨਾਂ ਦੀ ਐਟੀਟਿਊਡ ਸੀ ਤੇ ਕਿੰਨਾ ਨੇ ਸਾਡੀ ਮਦਦ ਕੀਤੀ ਹੋਣੀ ਹੈ, ਅਸੀਂ ਸਮਝ ਸਕਦੇ ਹਾਂ। ਜਿਹੜੀ ਗੱਲ ਅਮਰਿੰਦਰ ਸਿੰਘ ਜੀ ਨੇ ਕਹੀ ਹੈ ਕਿ ਜੀ ਇੱਥੇ ਇਹਨਾਂ ਦੇ ਉੱਤੇ ਕੇਸ ਦਰਜ ਹੋਣਗੇ, ਇਹ ਬਿਲਕੁਲ ਠੀਕ ਕਹਿੰਦੇ ਨੇ। ਮੈਨੂੰ ਜਿੱਥੋਂ ਤੱਕ ਮੇਰੀ ਵਾਕਫੀਅਤ ਹੈ, ਘੱਟੋ ਘੱਟ 46 ਕੇਸ ਐਸੇ ਹੋਣਗੇ ਜਿਨ੍ਹਾਂ ਦੇ ਵਿੱਚ ਇਹਨਾਂ ਦੀਆਂ ਪਾਰਟੀਆਂ ਦੇ ਨਾਮ ਬੋਲਦੇ ਨੇ। ਸੋ ਅਸੀਂ ਇਹਨਾਂ ਤੋਂ ਕੋਈ ਖਾਸ ਉਮੀਦ ਨਹੀਂ ਰੱਖ ਸਕਦੇ। ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਕਿ ਦੇਖੋ, ਇਹ ਆਮ ਆਦਮੀ ਪਾਰਟੀ ਵਾਲੇ ਵੀ ਇਹਨਾਂ ਨੂੰ ਸਾਰਾ ਪਤਾ ਸੀਗਾ। ਹੁਣ ਥੋੜਾ ਪਤਾ ਲੱਗਿਆ ਵੀ ਇਹ ਉਲਝਾਇਆ ਹੋਇਆ ਕੇਸ ਹੈ। ਇਹ ਕੇਸ ਵੈਸੇ ਇੰਨਾ ਉਲਝਾਇਆ ਹੋਇਆ ਵੀ ਨਹੀਂ, ਕਿਉਂਕਿ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਹੈਗੀ ਤੇ ਜਿਹੜੀ ਉਸ ਤੋਂ ਪਹਿਲਾਂ ਬਹਿਬਲ ਕਲਾਂ ਦੇ ਵਿੱਚੋਂ ਜਿਹੜੀ ਜੋਰਾ ਸਿੰਘ ਦੀ ਰਿਪੋਰਟ ਆਈ ਸੀ, ਔਰ ਉਸ ਤੋਂ ਇਲਾਵਾ ਇੱਕ ਪ੍ਰਾਈਵੇਟ ਰਿਪੋਰਟ ਕਾਰਡਚੂ ਦੀ ਆਈ ਸੀ, ਜਿਹੜੇ ਕਿ ਸੁਪਰੀਮ ਕੋਰਟ ਦੇ ਜੱਜ ਸਨ, ਰਿਟਾਇਰਡ ਜੱਜ ਹਨਗੇ, ਉਹਨਾਂ ਨੇ ਵੀ ਰਿਪੋਰਟ ਦਿੱਤੀ ਸੀ। ਇੱਕ ਅਸੀਂ ਪੰਥਕ ਅਸੈਂਬਲੀ ਵੱਲੋਂ ਕੁਝ ਲੋਕਾਂ ਨੇ ਮਿਲ ਕੇ, 2 ਜਣਿਆਂ ਨੇ, ਅਸੀਂ ਵੀ ਇੱਕ ਰਿਪੋਰਟ ਬਣਾਈ ਸੀ, ਔਰ ਉਹ ਰਿਪੋਰਟ ਵੀ ਇੱਥੇ ਚੱਲ ਰਹੀ ਹੈ। ਇੱਕ ਮੈਨੂੰ ਨਹੀਂ ਪਤਾ ਵੀ ਉਹਦੇ ਵਿੱਚ ਕਿਹੜੀ ਚੀਜ਼ ਰਹਿ ਗਈ ਜਿਹੜੀ ਕਿ ਇਹਨਾਂ ਨੂੰ ਸਪਸ਼ਟ ਨਹੀਂ ਹੋਈ। ਹਰ ਇੱਕ ਤੱਥ ਸਪਸ਼ਟ ਹੈ। ਆਪਾਂ ਸੰਧੂ ਸਾਹਿਬ ਤੋਂ ਜਵਾਬ ਲੈਣੇ ਜੀ। ਸੰਧੂ ਸਾਹਿਬ, ਇਸ ਮੁੱਦੇ ਤੇ ਤੁਸੀਂ ਜਵਾਬ ਦੇਣਾ ਵੀ ਚਾਹੁੰਦੇ ਹੋ? ਗੁਰਤੇਜ ਜੀ ਦਾ ਕਹਿਣਾ ਕਿ ਜੋ ਤੱਥ ਸਾਰੇ ਸਾਹਮਣੇ ਸੀ, ਕੋਈ ਐਸੀ ਗੱਲ ਨਹੀਂ ਜਿਹੜੀ ਨਹੀਂ ਪਤਾ ਸੀ, ਤੇ ਕਿਉਂ ਫਿਰ ਇਹ ਵਤੀਰਾ ਕੀਤਾ ਜਾ ਰਿਹਾ ਕਿ ਜਾਣਬੁੱਝ ਕੇ ਡਿਲੇ ਕੀਤਾ ਜਾ ਰਿਹਾ ਸਾਰੇ ਮਾਮਲਿਆਂ ਨੂੰ? ਕੋਈ ਐਸਾ ਤੱਥ ਨਹੀਂ ਹੈ ਜਿਹੜੇ ਤੱਥਾਂ ਬਾਰੇ ਜਾਣਕਾਰੀ ਨਹੀਂ ਹੈ? ਮੈਂ ਚਲੋ ਪਹਿਲਾਂ ਸਪਸ਼ਟ ਕਰ ਦਿੱਤਾ ਹੈ, ਪਰ ਮੈਂ ਜਿਹੜੀ ਗੱਲ ਇੱਥੇ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਕੋਰਟ ਦੀਆਂ ਹਦਾਇਤਾਂ, ਜੇ ਤੁਸੀਂ ਕਹੋ ਕਿ ਆਪਣੇ ਆਪ ਆ ਗਈਆਂ ਹੋਣਗੀਆਂ, ਉੱਥੇ ਕੋਰਟ ਦੇ ਵਿੱਚ ਸਰਕਾਰੀ ਪੱਖ ਉੱਥੇ ਜਿਹੜਾ ਇੱਕ ਕੰਮ ਕਰਦਾ ਹੈ, ਜਿੱਥੇ ਕੰਮ ਕੀਤਾ ਜਾ ਸਕਦਾ ਹੈ, ਉੱਥੇ ਜਿਹੜੀ ਵਕੀਲਾਂ ਵੱਲੋਂ ਔਰ ਸਾਰਿਆਂ ਵੱਲੋਂ ਉਧਰ ਜਦੋਂ ਪੂਰੀ ਮੰਗ ਰੱਖੀ ਜਾਂਦੀ ਹੈ ਵੀ ਆਹ ਚੀਜ਼ ਉਹਨਾਂ ਦੀ ਇਨਵੋਲਵਮੈਂਟ ਵੀ, ਹਾਲਾਂਕਿ ਇਹਦੇ ਨਾਲ ਜਿਹੜਾ ਵੋਟ ਬੈਂਕ ਹੈ ਉਹ ਸਾਡੇ ਵੋਟ ਬੈਂਕ ਨੂੰ ਵੀ ਨੁਕਸਾਨ ਹੋ ਸਕਦਾ ਹੈ, ਪਰ ਕਿਉਂਕਿ ਇਸ ਇਨਸਾਫ ਲਈ ਅਸੀਂ ਪੂਰੀ ਤਰ੍ਹਾਂ ਗੰਭੀਰ ਹਾਂ, ਇਸ ਕਰਕੇ ਜਿਹੜਾ ਉੱਥੇ ਸਰਕਾਰੀ ਪੱਖ ਦੇ ਮੌਜੂਦਾ ਸਮੇਂ 'ਚ ਜਿਹੜੇ ਨੇ ਉੱਥੇ ਕੋਰਟ ਦੇ ਵਿੱਚ ਪੱਖ ਰੱਖੇ ਜਾ ਰਹੇ ਨੇ, ਉਹ ਇਸੇ ਕਰਕੇ ਉਹਦੇ ਆਧਾਰ ਤੇ ਹਾਈ ਕੋਰਟ ਜਿਹੜਾ ਹੈ ਉਹ ਸਿਰਸਾ ਮੁਖੀ ਦੀ ਜਿਹੜੀ ਇਨਵੋਲਵਮੈਂਟ ਜਿਹੜੀ ਉਹ ਮੰਗਦਾ ਹੈ। ਦੂਜੀ ਗੱਲ ਜਿਹੜੀ 84 ਦੀ ਗੱਲ ਕੀਤੀ ਜਾ ਰਹੀ ਹੈ, 84 ਦੀ ਗੱਲ ਤੇ ਸੰਧੂ ਸਾਹਿਬ 84 ਦੀ ਗੱਲ ਤੇ ਆਏ ਹੋ, ਪਰ ਇੱਕ ਗੱਲ ਜ਼ਰੂਰ ਜਿਹੜੀ ਗੱਲ ਧਾਲੀਵਾਲ ਜੀ ਕਹਿ ਰਹੇ ਆ ਕਿ ਇਸ ਮਾਮਲੇ 'ਚ ਜਦੋਂ ਆਪਾਂ ਗੱਲ ਕਰਦੇ ਹਾਂ, ਡੇਰਾ ਮੁਖੀ ਜੀ ਕਹਿੰਦੇ ਸਾਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਹੈ, ਆਪਾਂ ਕੇਸ ਹੀ ਨਹੀਂ ਕਹਿੰਦੇ ਸਹੀ ਢੰਗ ਨਾਲ ਅਦਾਲਤ 'ਚ ਪੁੱਟ ਕਰ ਰਹੇ। ਇਹ ਹੁਣ ਦੀ ਗੱਲ ਨਹੀਂ ਕਰ ਰਹੇ, ਉਹਨਾਂ ਨੇ ਆਪ ਹੀ ਸਪਸ਼ਟ ਕੀਤਾ ਹੈ, ਕਾਂਗਰਸ ਵੇਲੇ ਦੀ ਗੱਲ ਕੀਤੀ ਹੈ। ਕਾਂਗਰਸ ਕਿਉਂਕਿ ਇਹਦੇ ਪ੍ਰਤੀ ਬਿਲਕੁਲ ਹੈ ਹੀ ਨਹੀਂ ਸੀ, ਉਹ ਤਾਂ ਲਟਕਾਰੀ ਸੀ। ਠੀਕ ਹੈ, ਉਦੋਂ ਇਹ ਮੈਂ ਕਹਿ ਸਕਦਾ ਵੀ ਇਸ ਤਰ੍ਹਾਂ ਦੀ ਗੱਲ ਹੋ ਸਕਦਾ ਹੋਈ ਹੋਵੇ, ਪਰ ਜਿਹੜਾ ਹੁਣ ਜਿਹੜੀ ਹੈ ਉਹ ਕੋਰਟ ਜੇ ਸਿਰਸਾ ਮੁਖੀ ਦੀ ਉੱਥੇ ਪੱਖ ਜਿਹੜੀ ਹੈ ਉਹ ਮੰਗਦੀ ਹੈ ਤਾਂ ਉਹ ਕਿਸੇ ਆਧਾਰ ਤੇ ਮੰਗ ਰਹੀ ਹੋ, ਆਪਣੇ ਆਪ ਨਹੀਂ ਵੀ ਕੋਰਟ ਆਪ ਹੀ ਉੱਥੇ ਦਾਗ ਦੂਗੀ ਬਿਆਨ, ਇਸ ਤਰ੍ਹਾਂ ਨਹੀਂ ਹੋ ਸਕਦਾ। ਉੱਥੇ ਧਿਰਾਂ ਦਾ ਮਸਲਾ ਹੁੰਦਾ, ਜਦੋਂ ਧਿਰਾਂ ਆਪਸ ਵਿੱਚ ਕਿਤੇ ਬਹਿਸ ਵੀ ਕਰਦੀਆਂ ਨੇ, ਉਹਦੇ ਵਿੱਚੋਂ ਨਤੀਜਾ ਕੱਢ ਕੇ ਕੋਰਟ ਨੇ ਆਪਦਾ ਕਿਤੇ ਜੱਜਮੈਂਟ ਤੇ ਆਰਡਰ ਦੇਣੇ ਹੁੰਦੇ ਨੇ। ਇਸ ਕਰਕੇ ਉੱਥੇ ਜਿਹੜੀ ਲੜਾਈ ਹੈ, ਉੱਥੇ ਵੀ ਸਰਕਾਰੀ ਪੱਖ ਹੈ ਜਿਹੜਾ ਬੇਅਦਬੀ ਦੀ ਲੜਾਈ ਜਿਹੜੀ ਹੈ ਪੂਰੀ ਤਰ੍ਹਾਂ ਲੜ ਰਿਹਾ। ਸੰਧੂ ਸਾਹਿਬ ਸਮਾਂ ਵੀ ਨਹੀਂ ਹੈ, ਪਰ ਕਿਉਂਕਿ ਤੁਸੀਂ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹੋ, ਜਿੱਦਾਂ ਤੁਸੀਂ ਖੁਦ ਵੀ ਇਹ ਕਮੈਂਟ ਕੀਤਾ ਕਿ ਬੜਾ ਸੰਵੇਦਨਸ਼ੀਲ ਮੁੱਦਾ ਹੈ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਮੁੱਦਾ ਲੈਣਾ ਚਾਹਾਂਗਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਉਸੇ ਧਾਰਮਿਕ ਇਕੱਠ 'ਚ ਜਿੱਥੇ ਸੰਧਵਾ ਜੀ ਨੇ ਗੱਲ ਕੀਤੀ, ਨਿੱਜਰ ਨੇ ਗੱਲ ਕੀਤੀ, ਉੱਥੇ ਉਹਨਾਂ ਨੇ ਕਿਹਾ ਸੀ ਕਿ ਇਸ ਮੁੱਦੇ ਤੇ ਨਿਆਂ ਤੇ ਇਨਸਾਫ ਮਿਲਦਾ ਨਜ਼ਰ ਨਹੀਂ ਆਉਂਦਾ, ਮਿਲੇਗਾ ਨਹੀਂ, ਲੜਨਾ ਪਏਗਾ। ਕੁੰਵਰ ਵਿਜੇ ਪ੍ਰਤਾਪ ਤਾਂ ਆਪਣੀ ਪਾਰਟੀ ਦੇ ਨੁਮਾਇੰਦੇ ਹੈ। ਦੇਖੋ, ਮੈਂ ਜੇਕਰ ਪਾਰਟੀ ਦੇ ਨੁਮਾਇੰਦੇ ਨੇ, ਇਹਦਾ ਮਤਲਬ ਇਹ ਥੋੜੀ ਹੈ ਵੀ ਉਹ ਬੇਅਦਬੀ ਦਾ ਮਸਲਾ ਭੁੱਲ ਜਾਣ। ਇਸ ਕਰਕੇ ਭਾਵੇਂ ਸਰਦਾਰ ਇੱਥੇ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਕਹਿ ਰਹੇ ਸਨ
ਸਰਦਾਰ ਕੁਲਤਾਰ ਸਿੰਘ ਸੰਧਮਾ ਦੀ ਭਾਵੁਕ ਹੋਣ ਦੀ, ਉਹਨਾਂ ਦੇ ਜਜ਼ਬਾਤੀ ਹੋਣ ਦੀ ਇਸ ਮਸਲੇ ਤੇ। ਔਰ ਸੇਮ ਇਸੇ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਹੈਗੇ ਨੇ, ਕਿਉਂਕਿ ਹਰ ਸਿੱਖ ਤੇ ਹਰ ਇਨਸਾਫ ਪਸੰਦ ਜਿਹੜਾ ਬੰਦਾ ਹੈ, ਉਹ ਕੋਈ ਵੀ ਜਿਹੜਾ ਇਹਦੀ ਬੇਅਦਬੀ ਦਾ ਇਨਸਾਫ ਧਾਲੀਵਾਲ ਜੀ ਆ ਰਹੇ ਜਲਦ ਤੋਂ ਜਲਦ ਚਾਹੁੰਦਾ ਹੈ ਜੀ। ਔਰ ਜਿਹੜੀ ਮੈਂ ਇੱਕ ਲਾਈਨ, ਹਾਲਾਂਕਿ ਫਿਰ ਵੇਖੋ ਫਿਰ ਮੈਂ ਬਹਿਸ ਲੰਬੀ ਹੋ ਜਾਏਗੀ, ਤੁਹਾਡੇ ਕੋਲ ਸਮਾਂ ਨਹੀਂ, ਪਰ ਆਰਐਸਐਸ ਦੀ ਭੂਮਿਕਾ 84 ਦੇ ਵਿੱਚ ਹੈਗੀ ਸੀ, ਔਰ ਉਹਦੇ ਵਿੱਚ ਕਿਸ਼ੋਰੀ ਮੱਲ ਹੋਰੀ ਤੇ ਹੋਰ ਕੁਝ ਲੋਕ ਨੇ ਜਿਹੜੇ ਉਹਦੇ ਵਿੱਚ ਦੋਸ਼ੀ ਵੀ ਕਰਾਰ ਦਿੱਤੇ ਗਏ ਸਨ। ਇਹ ਮੈਂ ਇਹਨਾਂ ਦੀ ਜਾਣਕਾਰੀ ਚ ਲਿਆ ਦੇਣਾ ਚਾਹੁੰਦਾ। ਤੁਹਾਡਾ ਵਿਊ ਪੁਆਇੰਟ ਆ ਗਿਆ। ਧਾਲੀਵਾਲ ਜੀ ਤੁਸੀਂ ਇਸ ਮੁੱਦੇ ਤੇ ਕਮੈਂਟ ਕਰਨਾ ਚਾਹੁੰਦੇ ਸੀ ਜੀ? ਧਾਲੀਵਾਲ ਜੀ ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਸੰਧੂ ਸਾਹਿਬ ਨੇ ਗੱਲ ਰੱਖੀ ਹੈ ਨਾ, ਇੱਕ ਤਾਂ ਨਿੱਜਰ ਸਾਹਿਬ ਬਾਰੇ ਮੈਂ ਗੱਲ ਕਰ ਰਿਹਾ, ਕਿਉਂਕਿ ਨਿੱਜਰ ਸਾਹਿਬ ਨੇ ਵੈਸੇ ਤਾਂ ਮਾਫੀ ਮੰਗ ਲਈ ਹੈ, ਪਰ ਕੱਲ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਬੇਵਕੂਫ ਕਰਾਰ ਦਿੱਤਾ ਸੀ, ਚਲੋ ਉਹ ਬੇਸਮਝ ਕਰਾਰ ਦਿੱਤਾ ਸੀ। ਆਪਾਂ ਉਸ ਮੁੱਦੇ ਨਾਲ ਸਹਿਮਤ ਨਹੀਂ ਆ, ਪਰ ਉਹ ਮੁੱਦਾ ਆਪਣੇ ਤੋਂ ਵੱਖਰੇ ਤੌਰ ਤੇ ਆਪਣੀ ਵੱਖਰਾ ਬੇਸਿਕ ਜਿਹੜਾ ਮੁੱਦਾ ਬਹਿਸ ਦਾ ਉਹਨਾਂ ਨੇ ਮਾਫੀ ਮੰਗ ਲਈ, ਮੈਂ ਪਹਿਲੇ ਕਹਿੰਦਾ ਵੀ ਉਹਨਾਂ ਨੇ ਮਾਫੀ ਮੰਗ ਲਈ ਹੈ, ਕਿਉਂਕਿ ਮਾਫੀ ਤਾਂ ਆਮ ਆਦਮੀ ਪਾਰਟੀ ਪਹਿਲੀਆਂ ਚ ਹੀ ਮੰਗ ਲੈਂਦੀ ਹੈ, ਗਲਤੀ ਕਰਦੇ ਆ, ਮੁੱਦਾ ਉਠਾਉਂਦੇ ਆ, ਫਿਰ ਮਾਫੀ ਮੰਗ ਲੈਂਦੇ ਆ। ਔਰ ਜਿੱਥੋਂ ਤੱਕ ਇਹ ਗੱਲ ਹੈ, ਫਿਰ ਇਹਨਾਂ ਨੇ ਆਰਐਸਐਸ ਦੀ ਇਨਵੋਲਵਮੈਂਟ ਦੀ ਗੱਲ ਕੀਤੀ ਹੈ 84 ਚ, ਅੱਜ 3-4 ਵਾਰ ਮੁੱਦਾ ਉੱਠ ਰੱਖਿਆ। ਮੈਂ ਕਹਿਣਾ ਤੁਸੀਂ ਇੱਕ ਵਾਰੀ ਦਿੱਲੀ ਜ਼ਰੂਰ ਜਾਓ, ਕਾਂਗਰਸ ਦੀਆਂ ਕੀਤੀਆਂ ਗਲਤੀਆਂ ਦਾ, ਔਰ ਕਾਂਗਰਸ ਨੇ ਕਿਸ ਤਰੀਕੇ ਨਾਲ ਹਿੰਦੂ ਸਿੱਖਾਂ ਨੂੰ ਪਾੜਿਆ 84 ਕਰਾ ਕੇ, ਉਹ ਤੁਹਾਨੂੰ ਦਿੱਲੀ ਤਿਲਕ ਨਗਰ, ਹਰੀਨਗਰ ਦੇ ਇਲਾਕੇ ਜਿਹੜੇ ਤੁਹਾਡਾ ਵਿਊ ਪੁਆਇੰਟ ਆ ਗਿਆ। ਮੇਰੀ ਸਾਰੇ ਮਹਿਮਾਨਾਂ ਨੂੰ ਰਿਕਵੈਸਟ ਹੈ ਕਿ ਆਪਾਂ ਮੁੱਦੇ ਤੇ ਰਹੀਏ। 84 ਦੇ ਮੁੱਦਿਆਂ ਤੇ ਬਹੁਤ ਬਹਿਸ ਹੁੰਦੀ ਰਹੀ ਹੈ। ਸਿੱਧੂ ਸਾਹਿਬ ਦੋ ਲੈਣੇ। ਆਰਐਸਐਸ ਬਾਰੇ ਮੈਂ ਇੱਕ ਗੱਲ ਕਰ ਦਿੰਦਾ, ਕੱਟੜਵਾਦੀ ਆਰਐਸਐਸ ਨੂੰ ਕਹਿ ਕੇ ਉਹਦੀ ਆੜ 'ਚ ਸ਼ਿਵ ਸੈਨਾ ਕੱਟੜਵਾਦੀ ਕੰਮ ਕਰਦੀ ਹੈ, ਔਰ ਸ਼ਿਵ ਸੈਨਾ ਕਿਵੇਂ ਕਾਂਗਰਸ ਨਾਲ ਰਲੀ ਹੈ ਅਸੀਂ ਦੇਖ ਚੁੱਕੇ ਹਾਂ। ਆਰਐਸਐਸ ਦੇਸ਼ ਨੂੰ ਪਿਆਰ ਕਰਨ ਵਾਲੀ ਸੰਸਥਾ ਹੈ, ਚਲੋ ਆਪਾਂ ਮਾਨਵਵਾਦ ਦੇ ਸਿਧਾਂਤ ਤੇ ਚੱਲਣ ਵਾਲੀ ਸੰਸਥਾ ਹੈ। ਆਪਾਂ ਬੇਅਦਬੀ ਤੇ ਬਾਈਬਲ ਕਲਾਂ ਦਾ ਜਿਹੜਾ ਮੁੱਦਾ ਹੈ ਜੀ, ਧਾਲੀਵਾਲ ਜੀ, ਬੇਅਦਬੀ ਤੇ ਬਾਈਬਲ ਕਲਾਂ ਦੇ ਮੁੱਦੇ ਤੇ ਪਿਆਰ ਕਰਨ ਵਾਲੀ ਸੰਸਥਾ ਹੈ। ਓਕੇ ਤੁਹਾਡੀ ਗੱਲ ਆਪਾਂ ਤੁਹਾਡੀ ਗੱਲ ਆ ਗਈ ਹੈ। ਮੈਂ ਚਾਹੁੰਦਾ ਕਿ ਬੇਅਦਬੀ ਤੇ ਬਾਈਬਲ ਕਲਾਂ ਦੇ ਮੁੱਦੇ ਤੇ ਸੰਧੂ ਸਾਹਿਬ ਨੇ ਫੇਰ ਇਹ ਗੱਲ ਕਹੀ ਹੈ ਕਿ ਅਸੀਂ ਦ੍ਰਿੜਾ ਨਿਆਂ ਤੇ ਇਨਸਾਫ ਮਿਲੇਗਾ, ਆਪਣੇ ਕੋਲ ਸਮਾਂ ਵੀ ਨਹੀਂ ਹੈ। ਸੰਧਮਾ ਜੀ ਨੇ ਪਹਿਲਾਂ ਵੀ ਭਰੋਸਾ ਦਿੱਤਾ ਸੀ, ਅੱਜ ਵੀ ਜਿਹੜੀ ਹੈਗੀ ਹਾਕਮ ਤੇਰੇ ਕਹਿ ਰਹੀ ਹੈ ਕਿ ਨਹੀਂ ਅਸੀਂ ਨਿਆਂ ਤੇ ਇਨਸਾਫ ਦਿਵਾਵਾਂਗੇ। ਪਹਿਲਾਂ ਦੇ ਮਾਮਲੇ ਵਿਗੜੇ ਵੀ ਹੈ। ਧਾਲੀਵਾਲ ਜੀ ਇਸ ਮੁੱਦੇ ਤੇ ਮੈਂ ਕਮੈਂਟ ਚਾਹਾਂਗਾ ਤੁਹਾਡੇ, ਕਿ ਉਮੀਦ ਹੈ ਮੈਂ ਰੱਖ ਚੁੱਕਾ ਜੀ। ਵਧੀਆ ਗੱਲ ਇਹ ਰਹੂਗੀ, ਮੈਂ ਜਿੰਨਾ ਕੁ ਮਤਲਬ ਸੰਧਮਾ ਸਾਹਿਬ ਨੂੰ ਜਾਣਦਾ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਸਾਡੇ ਇਲਾਕੇ 'ਚ ਬਹੁਤ ਪੂਰੀ ਜਿਹੜੀ ਘਟਨਾ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰੀ ਹੈ। ਅਸੀਂ ਸਾਰੇ ਉਸ ਵਿੱਚ ਸੰਘਰਸ਼ ਕਰ ਰਹੇ ਸੀ, ਭਾਵੇਂ ਅਸੀਂ ਅਕਾਲੀ ਭਾਜਪਾ ਕੋਈ ਕਿਸੇ ਦੂਜੀ ਪਾਰਟੀ ਦਾ ਸੀ, ਕੋਈ ਪਤਾ ਨਹੀਂ ਸੀ, ਪਰ ਅੱਜ ਇਹਦਾ ਹੱਲ ਇਹੀ ਆ, ਉਹ ਅਸਤੀਫਾ ਦੇ ਕੇ ਲਾਂਭੇ ਹੋ ਜਾਣ, ਔਰ ਸਰਕਾਰ, ਮੈਂ ਉਹਨਾਂ ਦਿਨ ਬਾਹਰ ਬੈਠਾ ਸੁਖਰਾਜ ਹੋ ਰਹਿਣਾ ਜਿੰਨੇ ਜਣੇ ਦਾ ਕੰਮ ਨਹੀਂ ਹੁੰਦਾ ਜੀ। ਦੂਜਾ, ਉਹਨਾਂ ਦੇ ਸਾਹਮਣੇ ਕੋਈ ਵਿਕਲਪ ਨਹੀਂ ਹੈਗਾ। ਆਪਾਂ ਜਵਾਬ ਲੈਣੇ ਆ ਸਕਦੇ ਜੀ। ਇਸ ਮਾਮਲੇ ਤੇ ਤੁਸੀਂ ਵੀ ਕੀ ਕਹਿਣਾ ਚਾਹੋਗੇ, ਕਿਉਂਕਿ ਸਮਾਂ ਨਹੀਂ ਹੈ, ਪਰ ਸਵਾਲ ਬਹੁਤ ਵੱਡਾ ਹੈ ਕਿ ਕੀ ਇਸ ਮਾਮਲੇ ਦਾ ਨਿਪਟਾਰਾ ਹੋਏਗਾ। ਪਰ ਸੰਧੂ ਸਾਹਿਬ ਕਹਿ ਰਹੇ ਕਿ ਨਿਆਂ ਤੇ ਇਨਸਾਫ ਮਿਲੇਗਾ, ਕੁਝ ਹੋਰ ਦਿਨਾਂ ਦੀ ਗੱਲ ਹੈ। ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦੇ ਲੋਲੀਪੌਪ ਸਾਨੂੰ ਬਹੁਤ ਸਮੇਂ ਤੋਂ ਮਿਲਦੇ ਆ ਰਹੇ ਨੇ, ਔਰ ਕਾਫੀ ਅਗਾਂਹ ਵੀ ਮਿਲਦੇ ਚਲੇ ਜਾਣਗੇ। ਹਰ ਰੋਜ਼ ਸਾਨੂੰ ਇਸ ਤਰ੍ਹਾਂ ਲੱਗੇਗਾ ਜਿਵੇਂ ਅਗਲੇ ਦਿਨ ਨਿਆਂ ਹੋਣ ਵਾਲਾ ਹੈ। ਲੇਕਿਨ ਜਿੱਥੋਂ ਤੱਕ ਵੀ ਮੈਂ ਪੰਜਾਬ ਦੇ ਇਹਨਾਂ ਪਾਰਟੀਆਂ ਦੇ ਸੁਭਾਅ ਨੂੰ ਸਮਝਿਆ ਤੇ ਜੋ ਕੁਝ ਮੈਂ ਪਿਛਲੇ ਸਮਿਆਂ ਦੇ ਵਿੱਚ 40-50 ਸਾਲ ਚ ਵੇਖਿਆ, ਇਹ ਬਿਲਕੁਲ ਕੁਝ ਨਹੀਂ ਹੋਏਗਾ। ਹੁਣ ਇੱਕ ਇਹ ਅੰਮ੍ਰਿਤਪਾਲ ਦੇ ਆਲੇ ਦੁਆਲੇ ਚੱਕਰਵਿਊਹ ਜਿਹਾ ਬਣਾ ਕੇ ਤੇ ਬਾਦਲ ਨੂੰ ਵਾਪਸ ਲਿਆਂਦਾ ਜਾਏਗਾ। ਉਸ ਤੋਂ ਬਾਅਦ ਤੁਹਾਡੀ ਨਿਆਂ ਦੀਆਂ ਸਾਰੀਆਂ ਉਮੀਦਾਂ ਜਿਹੜੀਆਂ ਆਣਗੀਆਂ ਉਹਨਾਂ ਦੇ ਉੱਤੇ ਪਾਣੀ ਫਿਰ ਜਾਏਗਾ। ਇਹ ਯਕੀਨਨ ਇਸ ਤਰ੍ਹਾਂ ਹੋਏਗਾ, ਹੋਰ ਕੁਝ ਨਹੀਂ ਹੋ ਸਕਦਾ। ਸਾਡੇ ਨਾਲ ਨਿਆਂ ਕਰਨ ਵਾਸਤੇ ਮੱਝਾਂ ਦਾ ਜੇਰਾ ਚਾਹੀਦਾ ਹੈ, ਔਰ ਉਸ ਦੇ ਵਿੱਚ ਤੁਹਾਨੂੰ ਕਹਿਣਾ ਪਏਗਾ ਕਿ ਚਾਹੇ ਸਾਡੀ ਪਾਰਟੀ ਜਿੱਤੇ ਚਾਹੇ ਹਾਰੇ, ਅਸੀਂ ਨਿਆਂ ਧਰਮ ਤੇ ਇੱਕ ਕਨਸਟੀਟਿਊਸ਼ਨ ਦੇ ਅਨੁਸਾਰ ਅਸੀਂ ਸਾਰਾ ਕੁਝ ਕਰਾਂਗੇ। ਉਹ ਇਹ ਕਹਿਣ ਨੂੰ ਕੋਈ ਵੀ ਤਿਆਰ ਨਹੀਂ। ਗੱਲਾਂ ਕਰੀ ਜਾਂਦੇ ਨੇ, ਇਹਨਾਂ ਦੀ ਮਰਜ਼ੀ ਹੈ, ਇਹਨਾਂ ਨੇ ਸਿਆਸਤ ਕਰਨੀ ਹੈ, ਇਹ ਕਰੀ ਜਾਣ। ਥੈਂਕ ਯੂ ਵੈਰੀ ਮਚ ਜੀ। ਕਿਤੇ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਅਮਰਿੰਦਰ ਜੀ, ਇਸੇ ਮਾਮਲੇ ਤੇ ਫਿਰ ਮੈਂ ਆਖਰ ਦੇ ਵਿੱਚ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਸੰਧੂ ਸਾਹਿਬ ਦੇ ਕਮੈਂਟ ਜ਼ਰੂਰ ਬਣਦੇ ਆ, ਉਹਨਾਂ ਤੋਂ ਲਵਾਂਗਾ। ਦੇਖੋ ਸਿੱਧੂ ਸਾਹਿਬ, ਮੈਂ ਤਾਂ ਇਹੀ ਕਹਾਂਗਾ ਕਿ ਗੁਰਤੇਜ ਸਿੰਘ ਜੀ ਕਹਿ ਰਹੇ ਕਿ ਵੀ ਜਿਹੜੇ ਸਿੱਖਾਂ ਦੇ ਗੁਨਾਹਗਾਰ ਹੈਗੇ ਆ, ਉਹਨਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ।
ਸਿੱਖਾਂ ਦੇ ਗੁਨਾਹਗਾਰਾਂ ਦੀਆਂ ਜੜ੍ਹਾਂ ਤਾਂ ਡੂੰਘੀਆਂ ਹੈ ਹੀ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਨਾਹਗਾਰ ਹੈ ਉਹਨਾਂ ਦੀਆਂ ਜੜ੍ਹਾਂ ਤਾਂ ਇੰਨੀਆਂ ਡੂੰਘੀਆਂ ਹੈ ਕਿ ਸੱਤਿਅਮੇਵ ਜਯਤੇ ਦੀਆਂ ਸਹੁੰਆਂ ਖਾਣ ਵਾਲੇ ਮਤਲਬ ਉਹ ਕਿਤੇ ਖੜ ਹੀ ਨਹੀਂ ਰਹੇ ਹੈ। ਤੇ ਆਪਾਂ ਦੇਖ ਰਹੇ ਹਾਂ 8 ਸਾਲ ਤੋਂ ਹਰ ਬੰਦਾ ਜਿਹੜਾ ਉਹ ਫੇਲ ਹੁੰਦਾ ਜਾ ਰਿਹਾ ਤੇ ਉਹਦੀਆਂ ਭਾਵੇਂ ਉਹਦੀ ਸਲਤਨਤ ਲੁੱਟ ਜਾਏ, ਉਹਦੀ ਸਰਕਾਰ ਚਲੀ ਜਾਏ, ਉਹਦੀ ਕੁਰਸੀ ਚਲੀ ਜਾਏ, ਲੇਕਿਨ ਉਹ ਗੁਨਾਹਗਾਰ ਜਿਹੜੇ ਉਹਨੂੰ ਕਾਮਯਾਬ ਨਹੀਂ ਹੋਣ ਦੇ ਰਹੇ। ਸੋ ਸੱਤਿਅਮੇਵ ਜਯਤੇ ਦੀਆਂ ਜਿਨ੍ਹਾਂ ਨੇ ਸਹੁੰਆਂ ਖਾਈਆਂ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਵਾਕਈ ਸੱਤਿਅਮੇਵ ਜਯਤੇ ਕਰਕੇ ਇੱਕ ਵਾਰੀ ਤਾਂ ਦਿਖਾ ਦਿਓ। 75 ਸਾਲਾਂ 'ਚ ਸਿੱਖਾਂ ਨੇ ਤਾਂ ਦੇਖੀ ਨਹੀਂ ਸੱਤਿਅਮੇਵ ਜਯਤੇ ਕਿਵੇਂ ਦੀ ਹੁੰਦੀ ਹੈ। ਸੋ ਇੱਕ ਵਾਰੀ ਸਾਨੂੰ ਵੀ ਦਿਖਾ ਦਿਓ ਵੀ ਸੱਤਿਅਮੇਵ ਜਯਤੇ ਕਿਵੇਂ ਦੀ ਹੁੰਦੀ ਹੈ। ਸਾਨੂੰ ਵੀ ਥੋੜ੍ਹਾ ਜਿਹਾ ਸਾਡਾ ਜਿਹੜਾ ਕਾਲਜਾ ਠੰਡਾ ਹੋ ਜਾਏ ਵੀ ਵਾਕਈ ਸੱਤਿਅਮੇਵ ਜਯਤੇ ਹੋ ਗਈ ਹੈ। ਇਹੀ ਬੇਨਤੀ ਹੈ ਪੰਜਾਬ ਪੁਲਿਸ ਨੂੰ ਵੀ ਤੇ ਜਿਹੜੇ ਤਫਤੀਸ਼ ਕਰ ਰਹੇ ਜਿਹੜੇ ਕੋਰਟਾਂ 'ਚ ਬੈਠੇ ਆ ਉਹਨਾਂ ਨੂੰ ਵੀ ਮੇਰੀ ਇਹੀ ਬੇਨਤੀ ਹੈ। ਜੀ ਸੰਧੂ ਸਾਹਿਬ। ਸਿੱਧੂ ਸਾਹਿਬ, ਅਸੀਂ ਤਾਂ ਮੈਂ ਫਿਰ ਉਹੀ ਗੱਲ ਨੂੰ ਰਿਪੀਟ ਕਰ ਰਿਹਾ ਵੀ ਵਾਹਿਗੁਰੂ ਸ਼ਕਤੀ ਦੇਵੇ, ਇਸ ਚੀਜ਼ ਦਾ ਇਨਸਾਫ ਜਿਹੜਾ ਹੈ, ਬੇਅਦਬੀ ਦਾ ਇਨਸਾਫ ਜ਼ਰੂਰ ਮਿਲੇ। ਬਿਲਕੁਲ ਤੁਹਾਡੀ ਗੱਲ ਜਿਹੜੀ ਹੈਗੀ ਜਲਦੀ ਵਾਜਬ ਹੈ। ਮਿਲੇ। ਤੁਸੀਂ ਨਿਆਂ ਤੇ ਇਨਸਾਫ ਦੀ ਗੱਲ ਕਰਦੇ ਹੋ, ਮਿਲੇਗਾ। ਪਰ ਗੁਰਤੇਜ ਜੀ ਕਹਿ ਰਹੇ ਕਿ ਇਦਾਂ ਦੇ ਵਾਅਦੇ ਪਿਛਲੇ ਲੰਬੇ ਸਮੇਂ 'ਚ ਅਸੀਂ ਦੇਖਦੇ ਆ ਰਹੇ ਹਾਂ, ਇਹਨਾਂ ਵਾਅਦਿਆਂ ਦੀ ਪੂਰਤੀ ਨਹੀਂ ਹੁੰਦੀ। ਕਹਿੰਦੇ ਇਦਾਂ ਲੱਗਦਾ ਕਿ ਇਨਸਾਫ ਮਿਲੇਗਾ ਪਰ ਇਨਸਾਫ ਮਿਲਦਾ ਨਹੀਂ। ਸੰਧੂ ਸਾਹਿਬ, ਨਹੀਂ, ਅਸੀਂ ਕੋਈ ਇਹਨੂੰ ਸਾਲਾਂ ਬੱਧੀ ਨਹੀਂ ਲਮਕਾ ਰਹੇ। ਸਾਡੀ ਤਾਂ ਵੈਸੇ ਹੀ ਸਰਕਾਰ ਦੇ ਕੋਈ ਵੀ ਗੱਲ ਹੁੰਦੀ ਹੈ, ਇਹ ਤਾਂ ਬੜਾ ਗੰਭੀਰ ਵਿਸ਼ਾ ਹੈ। ਹੋਰ ਵੀ ਕੋਈ ਮਸਲਾ ਹੋਵੇ, ਭਾਵੇਂ ਕੋਈ ਨੌਕਰੀ ਦੀ ਗੱਲ ਆ ਜੇ, ਕੋਈ ਹੋਰ ਆ ਜੇ, ਕੰਟਰੈਕਟ ਬੇਸ ਨੂੰ ਕਰਨਾ ਹੋਵੇ, ਜਾਂ ਕਿਤੇ ਕੋਈ ਆਪਣਾ ਕੋਈ ਆਟਾ ਦਾਲ ਦੀ ਗੱਲ ਆ ਜੇ, ਉੱਥੇ ਸਾਡੇ ਤਾਂ ਦਿਨ ਗਿਣੇ ਜਾਂਦੇ ਨੇ। ਸਾਡੇ ਤਾਂ ਚਲੋ ਜਦੋਂ ਆਪਾਂ ਹਫ਼ਤਿਆਂ ਦੀ ਗਿਣਤੀ ਕੀਤੀ ਜਾਂਦੀ ਹੈ। ਪਰ ਇਹ ਆ ਵੀ ਅਸੀਂ ਫਿਰ ਵੀ ਜਿਹੜਾ ਅਸੀਂ ਫਿਰ ਪੂਰੀ ਤਰ੍ਹਾਂ ਇਹ ਵਚਨਬੱਧਤਾ ਜਿਹੜੀ ਦੁਹਰਾਉਂਦੇ ਆ ਵੀ ਅਸੀਂ ਇਹ ਪੂਰੀ ਤਰ੍ਹਾਂ ਗੰਭੀਰ ਆ ਕਿ ਬਹੁਤੀ ਲੋਕਾਂ ਨੂੰ ਵੇਟ ਨਾ ਕਰਨੀ ਪਵੇ। ਜੀ ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਧੰਨਵਾਦ ਜਿਹੜੇ ਸੰਵੇਦਨਸ਼ੀਲ ਮੁੱਦੇ ਤੇ ਆਏ। ਮੁੱਦਾ ਆਪਣੇ ਆਪ 'ਚ ਬਹੁਤ ਵੱਡਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਾਈਬਲ ਕਲਾਂ ਗੋਲੀकांड, ਨਿਆਂ ਤੇ ਇਨਸਾਫ ਲਈ ਪਿਛਲੇ 8 ਸਾਲ ਤੋਂ ਪੰਜਾਬੀ ਲੜ ਰਹੇ ਹੈ, ਜੂਝ ਰਹੇ ਹੈ। ਅੱਜ ਵੀ ਉਹ ਮੋਰਚੇ 'ਚ ਬੈਠੇ ਹੈ। ਕੀ ਸਰਕਾਰਾਂ ਆਪਣੇ ਸਮੇਂ ਨਾਲ ਵਾਅਦਿਆਂ ਦੀ ਪੂਰਤੀ ਕਰਨਗੀਆਂ ਜਾਂ ਲੜਾਈ ਜਾਂ ਅੰਦੋਲਨ ਆਉਣ ਵਾਲੇ ਦਿਨਾਂ 'ਚ ਹੀ ਕਰਨਾ ਪਏਗਾ? ਬਹੁਤ ਵੱਡੇ ਸਵਾਲ ਹੈ ਜਿਹੜੇ ਆਉਣ ਵਾਲੇ ਸਮੇਂ 'ਚ ਜਵਾਬ ਮੰਗਣਗੇ ਪੰਜਾਬੀ ਇਹਨਾਂ ਮੁੱਦਿਆਂ 'ਤੇ। ਮੈਂ ਆਪਣੇ ਮਹਿਮਾਨਾਂ ਦਾ ਇਹਨਾਂ ਮਾਮਲਿਆਂ 'ਚ ਆਉਣ ਲਈ ਸਾਰਿਆਂ ਦਾ ਧੰਨਵਾਦੀ ਹਾਂ ਤੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।